ਆਮੀਨ। ਹੁਣ ਅਸੀਂ ਰੋਮੀਆਂ ਦੀ ਚਿੱਠੀ ਤੋਂ ਪੜਾਂਗੇ। ਸਾਡਾ ਮਹਾਨ ਸੰਤ ਪੌਲ ਜੋ ਰੋਮ ਨੂੰ ਚਿੱਠੀ ਲਿਖ ਰਿਹਾ, ਅਸੀਂ ਪੜਾਂਗੇ 19ਵੀਂ ਐਤ ਤੋਂ 23ਵੀਂ ਐਤ ਤੱਕ। ਅਤੇ ਸ੍ਰਿਸ਼ਟੀ ਵੱਡੀ ਚਾਅ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ, ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਾ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ, ਪਰ ਉਮੀਦ ਦੇ ਨਾਲ। ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਵਰ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ। ਅਸੀਂ ਜਾਣਦੇ ਹਾਂ ਸਾਰੀ ਸ੍ਰਿਸ਼ਟੀ ਰਲ ਕੇ ਹੁਣ ਤੱਕ ਹੌਂਕੇ ਭਰਦੀ ਹੈ, ਉਹਨੂੰ ਪੀੜਾ ਲੱਗੀਆਂ ਹੋਈਆਂ ਹੈ। ਇਹਨਾਂ ਫਿਕਰੀਆਂ ਵਿੱਚ ਦੱਸਿਆ ਗਿਆ ਕਿ ਸਿਰਫ ਆਦਮੀ ਨਹੀਂ ਬਲਕਿ ਇਹ ਜੋ ਜ਼ਮੀਨ, ਇਹ ਜੋ ਧਰਤੀ, ਇਹ ਵੀ ਸਰਾਫ ਦੇ ਥੱਲੇ ਆ। ਧਰਤੀ ਵੀ ਸਰਾਫ ਤੋਂ ਆਜ਼ਾਦ ਹੋਣਾ ਚਾਹੁੰਦੀ ਆ। ਧਰਤੀ ਉੱਤੇ ਸਰਾਫ ਆਇਆ ਜਦੋਂ ਆਦਮ ਨੇ ਪਾਪ ਕੀਤਾ, ਉਹਦੇ ਕਾਰਨ ਧਰਤੀ ਵੀ ਸਰਾਫਿਤ ਹੋਈ। ਅਤੇ ਕੀ ਹੋਇਆ, ਅਸੀਂ ਪੜ੍ਹਦੇ ਹਾਂ ਕਿ ਧਰਤੀ ਚਾਹੁੰਦੀ ਆ ਕਿ ਜਿਹੜਾ ਸਰਾਫ ਆ ਉਹ ਧਰਤੀ ਤੋਂ ਦੂਰ ਕੀਤਾ ਜਾਵੇ। ਜਿਸ ਤਰ੍ਹਾਂ ਪਰਮੇਸ਼ਵਰ ਨਿਆਂ ਕਰ ਰਿਹਾ, ਉਸਨੇ ਧਰਤੀ ਦਾ ਵੀ ਨਿਆਂ ਕਰਨਾ ਆ, ਕਿਉਂਕਿ ਧਰਤੀ ਉੱਤੇ ਵੀ ਪਾਪ ਆ, ਬੁਰਾਈ ਆ। ਹਰੇਕ ਚੀਜ਼ਾਂ ਜੋ ਧਰਤੀ ਦੇ ਉੱਤੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਪਾਪ ਦਾ ਅਸਰ ਆ। ਚਾਹੇ ਇਨਸਾਨ ਆ, ਚਾਹੇ ਜਾਨਵਰ ਆ, ਚਾਹੇ ਫਲ ਬੂਟੇ ਆ, ਸਾਰੀਆਂ ਚੀਜ਼ਾਂ ਇਸ ਸਰਾਫ ਦੇ ਥੱਲੇ ਆ। ਪਰਮੇਸ਼ਵਰ ਨੇ ਆਦਮ ਨੂੰ ਕਿਹਾ ਸੀ ਕਿ ਆਦਮ ਤੂੰ ਗੁਨਾਹ ਕੀਤਾ, ਤੂੰ ਮਰੂੰਗਾ। ਅਤੇ ਮੌਤ ਅਸੀਂ ਸਾਰੀਆਂ ਚੀਜ਼ਾਂ ਦੇਖ ਰਹੇ ਹਾਂ। ਇੱਥੇ ਤੱਕ ਕਿ ਜ਼ਮੀਨ ਵੀ ਮਰ ਰਹੀ ਆ, ਇਹ ਸ੍ਰਿਸ਼ਟੀ ਵੀ ਇੱਕ ਦਿਨ ਨਾਸ਼ ਕੀਤੀ ਜਾਊ। ਅਸੀਂ ਪੜ੍ਹਦੇ ਹਾਂ ਸੰਤ ਪੀਟਰ ਦੀ ਚਿੱਠੀ 3 ਅਧਿਆਇ 10ਵੀਂ ਐਤ। ਉਹ ਕਹਿੰਦਾ ਆਕਾਸ਼ ਸ਼ਰਨਾਟੇ ਨਾਲ ਜਾਂਦੇ ਰਹਿਣਗੇ, ਮੂਲ ਵਸਤਾਂ ਵੱਡੇ ਤਾਵ ਨਾਲ ਤਪ ਕੇ ਢਲ ਜਾਣਗੀਆਂ। ਧਰਤੀ ਉਹਨਾਂ ਕਾਰਗਰੀ ਸਾਣੇ ਜੋ ਉਹਦੇ ਵਿੱਚ ਹਨ ਜਲ ਪਲ ਜਾਣਗੇ। ਉਹਦੇ ਵਿੱਚ ਲਿਖਿਆ ਕਿ ਧਰਤੀ ਇੱਕ ਦਿਨ ਜਾਣੀ ਜਾਊਗੀ, ਨਾਸ਼ ਕੀਤੀ ਜਾਊਗੀ, ਕਿ ਧਰਤੀ ਦੇ ਵਿੱਚ ਜੋ ਵੀ ਚੀਜ਼ਾਂ ਬਣੀਆਂ ਉਹ ਸਾਰੀਆਂ ਪਿਘਲ ਜਾਊਗੀਆਂ, ਕਿ ਧਰਤੀ ਦਾ ਨਾਸ਼ ਹੋਊਗਾ, ਕਿਉਂਕਿ ਨਿਆਂ ਇਸ ਧਰਤੀ ਤੇ, ਇਸ ਜ਼ਮੀਨ ਤੇ ਵੀ ਆਊਗਾ। ਦ ਬਾਈਬਲ ਰੈਵਲੇਸ਼ਨ ਦੀ ਕਿਤਾਬ ਜਾਂ ਪ੍ਰਕਾਸ਼ ਦੀ ਪੋਥੀ ਵਿੱਚ ਸਾਨੂੰ ਆਸ ਦਿੰਦੀ ਕਿ ਪਰਮੇਸ਼ਵਰ ਨਵੀਂ ਜ਼ਮੀਨ ਅਤੇ ਨਵਾਂ ਸਵਰਗ ਬਣਾਵੇਗਾ, ਜਿੱਥੇ ਸਰਾਫ ਨਹੀਂ ਹੋਊਗਾ। ਇਸ ਦੁਨੀਆ ਤੇ ਸਰਾਫ ਆ, ਲੋਕੀ ਮਰਦੇ ਆ, ਜਾਨਵਰ ਵੀ ਮਰਦੇ ਆ, ਬਿਮਾਰ ਹੁੰਦੇ ਆ, ਦੁੱਖ ਲੱਗਦੇ ਆ, ਰੋਗ ਹੁੰਦਾ ਆ। ਕਈ ਜ਼ਮੀਨ ਬੰਜਰ ਬਣ ਜਾਂਦੀ ਆ, ਜਿੱਥੇ ਕੁਝ ਵੀ ਨਹੀਂ ਉਗਦਾ। ਇੱਥੇ ਰੇਗਿਸਤਾਨ ਆ, ਜਿੱਥੇ ਕੁਝ ਪੈਦਾ ਨਹੀਂ ਹੁੰਦਾ। ਤੁਸੀਂ ਦੇਖਦੇ ਸਾਰੀਆਂ ਚੀਜ਼ਾਂ ਹੀ ਸਰਾਫ ਦੇ ਥੱਲੇ ਆ। ਆਦਮੀ ਵੀ ਹੁੰਗਦਾ ਆ, ਸ੍ਰਿਸ਼ਟੀ ਵੀ ਦੁੱਖਾਂ ਵਿੱਚ ਹੁੰਗਦੀ ਆ, ਜਾਨਵਰ ਵੀ ਦੁੱਖਾਂ ਦੇ ਵਿੱਚ ਹੁੰਗਦੇ ਆ ਜਾਂ ਹੌਂਕੇ ਭਰਦੇ ਆ। ਤਾਂ ਬਾਈਬਲ ਦੱਸਦੀ ਸਾਨੂੰ ਕਿ ਚੀਜ਼ਾਂ ਕਿਸ ਤਰ੍ਹਾਂ ਹੌਂਕੇ ਭਰਦੀਆਂ। ਪਰ ਇੱਕ ਦਿਨ ਪਰਮੇਸ਼ਵਰ ਇਹਨਾਂ ਸਾਰਿਆਂ ਹੌਂਕਿਆਂ ਨੂੰ ਦੂਰ ਲੈ ਜਾਊਗਾ। ਸਾਰੀ ਸ੍ਰਿਸ਼ਟੀ ਤੜਫਦੀ ਆ, ਸਾਰੀ ਸ੍ਰਿਸ਼ਟੀ ਦੁੱਖਾਂ ਦੇ ਵਿੱਚ ਆ, ਪਰ ਸਾਡਾ ਸੰਤ ਆਸ ਦਿੰਦਾ ਕਿ ਦੁਨੀਆ ਇਸ ਮੌਤ ਤੋਂ ਆਜ਼ਾਦ ਕੀਤੀ ਜਾਊ, ਧਰਤੀ ਮੌਤ ਤੋਂ ਆਜ਼ਾਦ ਕੀਤੀ ਜਾਊ, ਨਾਸ਼ ਹੋਣ ਤੋਂ। ਅਤੇ ਇਨਸਾਨ ਵੀ, ਕਿਉਂਕਿ ਇਹ ਚੀਜ਼ਾਂ ਦਾ ਨਾਸ਼ ਹੋਣ ਬਾਅਦ ਨਵੀਂ ਜ਼ਮੀਨ ਤੇ ਨਵਾਂ ਸਵਰਗ ਪਰਮੇਸ਼ਵਰ ਬਣਾ ਰਿਹਾ, ਜਿੱਥੇ ਕੋਈ ਸਰਾਫ ਨਹੀਂ ਹੈ। ਕੀ ਕਹਿੰਦੇ, ਜਿੱਥੇ ਸ਼ੇਰ ਬੈਠੂਗਾ ਮੇਮਣੇ ਦੇ ਨਾਲ। ਉਹ ਜ਼ਮੀਨ ਜਿੱਥੇ ਸ਼ਾਂਤੀ ਆ, ਉਹ ਸ਼ਹਿਰ ਦੇ ਵਿੱਚ ਜਿੱਥੇ ਹਸਪੀਟਲ ਤੇ ਡਾਕਟਰਾਂ ਦੀ ਲੋੜ ਨਹੀਂ ਆ, ਕਿਉਂਕਿ ਉੱਥੇ ਕੋਈ ਬਿਮਾਰ ਨਹੀਂ ਹੁੰਦਾ। ਸ਼ਮਸ਼ਾਨ ਘਾਟ ਦੀ ਲੋੜ ਨਹੀਂ ਆ, ਕਿਉਂਕਿ ਉੱਥੇ ਕੋਈ ਮਰਦਾ ਨਹੀਂ ਆ। ਤੁਹਾਨੂੰ ਜਵਾਨ ਰਹਿਣ ਲਈ ਦੁਆਵਾਂ ਜਾਂ ਕਰੀਮਾਂ ਨਹੀਂ ਲਾਣੀਆਂ ਪੈਣੀਆਂ, ਕਿਉਂਕਿ ਉੱਥੇ ਆਦਮੀ ਕਦੇ ਬੁੱਢਾ ਨਹੀਂ ਹੁੰਦਾ। ਇਹ ਨਵੀਂ ਜ਼ਮੀਨ ਤੇ ਨਵਾਂ ਸਵਰਗ ਜੋ ਪਰਮੇਸ਼ਵਰ ਬਣਾ ਰਿਹਾ।
ਪਰ ਅਸੀਂ ਇਹਨਾਂ ਅਧਿਆਵਾਂ ਵਿੱਚ ਕੀ ਪੜ੍ਹਦੇ ਹਾਂ, ਇਹਨਾਂ ਐਤਾਂ ਵਿੱਚ, ਇਹ ਕਿ ਸਾਰੀ ਸ੍ਰਿਸ਼ਟੀ ਹੌਂਕੇ ਭਰਦੀ ਆ। ਆਦਮ ਦੇ ਪਾਪ ਕਰਕੇ ਇਨਸਾਨ ਹੌਂਕੇ ਭਰਦਾ, ਉਹਦੇ ਪਾਪ ਕਰਕੇ ਜ਼ਮੀਨ ਹੌਂਕੇ ਭਰਦੀ ਆ, ਕਿਉਂਕਿ ਪਾਪ ਦਾ ਅਸਰ ਸਾਰੀਆਂ ਚੀਜ਼ਾਂ ਤੇ ਪਿਆ ਆ। ਜਿਹੜੇ ਲੋਕੀ ਰੱਬ ਨੂੰ ਮੰਨਦੇ ਆ ਉਹ ਵੀ ਹੌਂਕੇ ਭਰਦੇ ਆ, ਚਾਹੇ ਜ਼ਮੀਨ ਤੇ ਆ, ਪਰ ਉਹ ਵੀ ਹੌਂਕੇ ਭਰਦੇ ਆ, ਕਿਉਂਕਿ ਉਹ ਸ਼ੈਤਾਨ ਦੀ ਤਾਕਤ ਖਿਲਾਫ ਦਿਨ ਰਾਤ ਲੜਦੇ ਆ। ਪਵਿੱਤਰ ਆਤਮਾ ਵੀ ਹੌਂਕੇ ਭਰਦਾ ਆ। ਉਹ ਵਿਸ਼ਵਾਸੀਆਂ ਦੇ ਦੁੱਖ ਸਮੇਂ, ਸਾਡੀ ਕਮਜ਼ੋਰੀ ਸਮੇਂ ਰੱਬ ਦੇ ਮੂਹਰੇ ਸਾਡੇ ਲਈ ਫਰਿਆਦ ਕਰਦਾ। ਜਦੋਂ ਸਾਡੇ ਵਿੱਚ ਤਾਕਤ ਨਹੀਂ ਹੁੰਦੀ ਪ੍ਰਾਰਥਨਾ ਕਰਨ ਦੀ, ਉਦੋਂ ਪਵਿੱਤਰ ਆਤਮਾ ਸਾਡੀ ਮਦਦ ਕਰਦਾ। ਜਦੋਂ ਅਸੀਂ ਕਮਜ਼ੋਰ ਹੋ ਜਾਂਦੇ ਆ, ਸਾਡੇ ਗੋਡਿਆਂ 'ਚ ਖੜੇ ਰਹਿਣ ਦੀ ਤਾਕਤ ਨਹੀਂ ਹੁੰਦੀ, ਉਹ ਸਾਨੂੰ ਤਾਕਤ ਦਿੰਦਾ। ਪਵਿੱਤਰ ਆਤਮਾ ਸਾਡਾ ਹੁੰਗਣਾ, ਸਾਡਾ ਹੌਂਕਾ ਰੱਬ ਨੂੰ ਜਾ ਕੇ ਦਿੰਦਾ ਕਿ ਅਸੀਂ ਕਿਸ ਤਰ੍ਹਾਂ ਤੜਫਦੇ ਆ, ਹੌਂਕੇ ਭਰਦੇ ਆ। ਸੋ ਪਵਿੱਤਰ ਆਤਮਾ ਸਾਡੇ ਲਈ ਰੱਬ ਮੂਹਰੇ ਹੌਂਕੇ ਭਰਦੀ ਆ। ਸੋ ਅਸੀਂ ਇੱਥੇ ਦੇਖਦੇ ਆ ਤਿੰਨ ਚੀਜ਼ਾਂ ਹੌਂਕੇ ਭਰਦੀਆਂ। ਦੁਨੀਆ ਹੌਂਕੇ ਭਰ ਰਹੀ ਆ, ਜਿਹੜੇ ਰੱਬ ਨੂੰ ਮੰਨਦੇ ਉਹ ਵੀ ਹੌਂਕੇ ਭਰ ਰਹੇ। ਉਹਨਾਂ ਨੂੰ ਦਿਨ ਰਾਤ ਸ਼ੈਤਾਨ ਖਿਲਾਫ ਲੜਨਾ ਪੈਂਦਾ, ਆਪਣੇ ਸਰੀਰ ਇੱਛਾਵਾਂ ਖਿਲਾਫ ਲੜਨਾ ਪੈਂਦਾ। ਅਤੇ ਪਵਿੱਤਰ ਆਤਮਾ ਵੀ ਹੌਂਕੇ ਭਰਦਾ ਆ, ਕਿਉਂਕਿ ਉਹ ਸੰਤਾਂ ਦੀ ਫਰਿਆਦ ਜਾ ਕੇ ਪਰਮੇਸ਼ਵਰ ਨੂੰ ਦਿੰਦਾ ਆ। ਸੋ ਸਾਰੀ ਸ੍ਰਿਸ਼ਟੀ ਹੌਂਕਿਆਂ ਦੇ ਵਿੱਚ ਹੈ। ਤਾਂ ਹੁਣ ਅਸੀਂ ਕਹਾਂ ਪੜਾਂਗੇ ਕਿ ਸਾਡਾ ਸੰਤ ਕੀ ਕਹਿੰਦਾ। 23ਵੀਂ ਐਤ ਤੋਂ ਬਾਅਦ 24ਵੀਂ ਐਤ ਅਸੀਂ ਪੜ੍ਹਦੇ ਹਾਂ, ਉਮੀਦ ਨਾਲ ਅਸੀਂ ਬਚਾਏ ਗਏ ਹਾਂ, ਪਰ ਉਮੀਦ ਜਿਹੜੀ ਦੇਖੀ ਜਾਂਦੀ ਹੈ ਕਿਉਂਕਿ ਜਿਹੜੀ ਚੀਜ਼ ਕੋਈ ਵੇਖਦਾ ਹੈ ਉਹਦੀ ਉਮੀਦ ਕਾਹਨੂੰ ਕਰੇ। ਅਸੀਂ ਉਮੀਦ ਕਰਦੇ ਹਾਂ ਉਹਨਾਂ ਚੀਜ਼ਾਂ ਨੂੰ ਜੋ ਅਸੀਂ ਦੇਖ ਨਹੀਂ ਸਕਦੇ। ਜਿਹੜੀਆਂ ਚੀਜ਼ਾਂ ਸਾਨੂੰ ਦਿਸਦੀਆਂ ਉਹ ਵਿੱਚ ਆਸ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਅਸੀਂ ਉਹ ਚੀਜ਼ਾਂ ਨੂੰ, ਸੰਤ ਕਹਿੰਦਾ, ਦੇਖ ਸਕਦੇ ਆ ਕਿ ਅਸੀਂ ਆਸ ਨਾਲ, ਉਮੀਦ ਨਾਲ ਬਚਾਏ ਗਏ ਹਾਂ। ਅਸੀਂ ਫਿਰ ਤੋਂ ਪੜ੍ਹਦੇ ਹਾਂ, ਉਮੀਦ ਨਾਲ ਅਸੀਂ ਬਚਾਏ ਗਏ। ਉਮੀਦ ਜਿਹੜੀ ਵੇਖੀ ਗਈ ਉਮੀਦ ਨਾ ਰਹੀ। ਜਿਹੜੀ ਚੀਜ਼ ਕੋਈ ਵੇਖਦਾ ਹੈ ਉਹਦੀ ਉਮੀਦ ਕਾਹਨੂੰ ਕਰੇ, ਪਰ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਵੇਖਦੇ ਉਹਦੀ ਉਮੀਦ ਰੱਖਦੇ ਹਾਂ। ਧੀਰਜ ਨਾਲ ਉਹਦੀ ਉਡੀਕ ਵਿੱਚ ਰਹਿੰਦੇ ਹਾਂ। ਆਸ ਬੜੀ ਚੀਜ਼ ਹੈ। ਜਦੋਂ ਬੰਦੇ ਵਿੱਚੋਂ ਆਸ ਚਲੀ ਜਾਵੇ, ਬੰਦੇ ਦੀ ਜੀਣ ਦੀ ਤਾਕਤ ਵੀ ਇੱਕ ਤਰ੍ਹਾਂ ਚਲੀ ਜਾਂਦੀ, ਕਿਉਂਕਿ ਉਹਦੇ ਕੋਲ ਕੋਈ ਚੀਜ਼ ਰਹੀ ਨਹੀਂ ਦੇਖਣ ਦੇ ਲਈ। ਅਸੀਂ ਆਸ ਨਾਲ ਇਸ ਦੁਨੀਆ ਦੇ ਵਿੱਚ ਜੀਂਦੇ ਹਾਂ, ਆਸ ਕਰਦੇ ਕਿ ਸਾਡੇ ਕੋਲ ਚੰਗੀ ਨੌਕਰੀ ਹੋ, ਪੈਸੇ ਜਮ੍ਹਾਂ ਕਰਾਂਗੇ, ਘਰ ਲਵਾਂਗੇ। ਅਸੀਂ ਰੋਜ਼ ਸਾਡੇ ਵਿੱਚ ਕੋਈ ਨਾ ਕੋਈ ਆਸ ਹੈ। ਪਰ ਜਿਹੜਾ ਬੰਦਾ ਆਸ ਗਵਾ ਬੈਠਦਾ ਉਹਦਾ ਜੀਣਾ ਵੀ ਔਖਾ ਹੋ ਜਾਂਦਾ, ਕਿਉਂਕਿ ਉੱਥੇ ਨਾ ਕੋਈ ਸੁਪਨਾ ਰਿਹਾ, ਨਾ ਕੋਈ ਆਸ ਰਹੀ। ਸੋ ਸੰਤ ਕੀ ਕਹਿੰਦਾ ਕਿ ਅਸੀਂ ਆਸ ਨਾਲ ਬਚਾਏ ਗਏ ਹਾਂ, ਕਿ ਅਸੀਂ ਮੰਨਦੇ, ਕਿਉਂਕਿ ਅਸੀਂ ਜੀਸਸ ਨੂੰ ਮੰਨਿਆ, ਉਸਨੇ ਸਾਨੂੰ ਜ਼ਿੰਦਗੀ ਦਿੱਤੀ। ਕਿਉਂਕਿ ਅਸੀਂ ਜੀਸਸ ਨੂੰ ਮੰਨਿਆ, ਅਸੀਂ ਪਰਮੇਸ਼ਵਰ ਦੇ ਮੂਹਰੇ ਹੁਣ ਨਿਰਦੋਸ਼ ਆ, ਅਤੇ ਸਾਡੇ ਕੋਲ ਹੁਣ ਜੀਵਨ ਦੀ ਆਸ ਆ, ਜੀਵਨ ਦੀ ਉਮੀਦ ਆ। ਇਸ ਕਰਕੇ ਅਸੀਂ ਧੀਰਜ ਦੇ ਨਾਲ ਇੰਤਜ਼ਾਰ ਕਰਦੇ ਹਾਂ। 26ਵੀਂ ਐਤ, ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਜਿਸ ਚੀਜ਼ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਅਸੀਂ ਨਹੀਂ ਜਾਣਦੇ, ਆਤਮਾ ਆਪ ਅਕਾਤ ਹੌਂਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਭਈ ਆਤਮਾ ਕੀ ਚਾਹੁੰਦੀ ਆ, ਜਾਂ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਉਹ ਪਰਮੇਸ਼ਵਰ ਦੀ ਇੱਛਾ ਅਨੁਸਾਰ ਸੰਤਾਂ ਲਈ ਪ੍ਰਾਰਥਨਾ ਕਰਦਾ। ਕਈ ਵਾਰੀ ਅਸੀਂ ਰੱਬ ਦੇ ਮੂਹਰੇ ਪ੍ਰਾਰਥਨਾ ਜਾਂਦੇ ਹਾਂ, ਸਾਡੀ ਜ਼ਬਾਨ ਬੰਦ ਹੁੰਦੀ ਹੈ, ਸਾਨੂੰ ਇਹ ਨਹੀਂ ਪਤਾ ਰੱਬ ਨੂੰ ਕੀ ਕਹੀਏ। ਕਈ ਵਾਰੀ ਉਹ ਪ੍ਰਾਰਥਨਾ ਦਿਲ 'ਚ ਹੁੰਦੀ ਆ ਪਰ ਮੂੰਹ 'ਚ ਨਹੀਂ ਆਉਂਦੀ, ਜ਼ਬਾਨ 'ਚ ਨਹੀਂ ਆਉਂਦੀ। ਗੱਲਾਂ ਦਿਲ 'ਚ ਕਹੀ ਆ ਪਰ ਸਾਡੀ ਜ਼ਬਾਨ ਖੋਲਦੀ ਨਹੀਂ ਰੱਬ ਨੂੰ ਦੱਸਣ ਲਈ। ਤਾਂ ਨਾ ਸਾਨੂੰ ਪਤਾ ਲੱਗਦਾ ਮੈਂ ਕਿਸ ਤਰ੍ਹਾਂ ਰੱਬ ਨੂੰ ਦੱਸਾਂ। ਕਈ ਵਾਰੀ ਅਸੀਂ ਕਹਿੰਦੇ ਪ੍ਰਮਾਤਮਾ ਮੈਨੂੰ ਪਤਾ ਨਹੀਂ ਪ੍ਰਾਰਥਨਾ 'ਚ ਕਿ ਮੈਂ ਬੈਠਾ ਮੈਂ ਆਇਆ, ਪਰ ਮੈਨੂੰ ਇਹ ਨਹੀਂ ਪਤਾ ਮੈਂ ਕੀ ਕਹਾਂ। ਕਿ ਗੱਲਾਂ ਕਹੀ ਆ
ਪਰ ਉਹ ਗੱਲਾਂ ਮੇਰੇ ਜ਼ਬਾਨ ਤੇ ਨਹੀਂ ਆਉਂਦੀਆਂ ਕਿ ਮੈਂ ਬੋਲ ਕੇ ਦੱਸਾਂ। ਪਰ ਜਿਹੜੀ ਆਤਮਾ ਤੁਹਾਡੇ ਅੰਦਰ ਰਹਿੰਦੀ ਜੀਸਸ ਦੀ, ਉਹ ਆਤਮਾ ਜਾਣਦੀ ਕਿ ਤੁਹਾਡੇ ਅੰਦਰ ਕੀ ਆ। ਉਹ ਆਤਮਾ ਜਾਣਦੀ ਤੁਹਾਡੇ ਅੰਦਰ ਕੀ ਪ੍ਰਾਰਥਨਾ ਹੈ। ਆਤਮਾ ਜਾਣਦੀ ਤੁਸੀਂ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੁੰਦੇ ਆ। ਪਵਿੱਤਰ ਆਤਮਾ ਤੁਹਾਨੂੰ ਅੰਦਰੋਂ ਜਾਣਦਾ ਹੈ। ਜਿਹੜੀ ਪ੍ਰਾਰਥਨਾ ਜ਼ਬਾਨ ਤੇ ਨਹੀਂ ਆਉਂਦੀ, ਉਹ ਆਤਮਾ ਨੇ ਪੜ੍ਹ ਲਈ, ਕਿਉਂਕਿ ਉਹ ਤੁਹਾਡੇ ਹਿਰਦਿਆਂ ਵਿੱਚ ਉਹ ਪ੍ਰਾਰਥਨਾ ਹੈ। ਅਤੇ ਪਵਿੱਤਰ ਆਤਮਾ ਉਹੀ ਪ੍ਰਾਰਥਨਾ ਪਰਮੇਸ਼ਵਰ ਮੋਹਰੇ ਪੇਸ਼ ਕਰਦੀ, ਚਾਹੇ ਤੁਸੀਂ ਆਪਣੀ ਜ਼ਬਾਨ ਨਹੀਂ ਖੋਲੀ, ਪਰ ਪਵਿੱਤਰ ਆਤਮਾ ਤੁਹਾਡੀ ਮਦਦ ਕਰਦੀ ਕਿ ਤੁਹਾਡੇ ਤੋਂ ਪ੍ਰਾਰਥਨਾ ਨਹੀਂ ਹੁੰਦੀ, ਪਰ ਰੱਬ ਦੀ ਆਤਮਾ ਮਦਦ ਕਰੂਗੀ ਕਿ ਤੁਸੀਂ ਪ੍ਰਾਰਥਨਾ ਕਰ ਸਕੋ। ਉਹ ਤੁਹਾਡੀ ਆਤਮਾ ਪਰਮੇਸ਼ਵਰ ਮੋਹਰੇ ਪੇਸ਼ ਕਰੂੰਗਾ, ਜਿਸ ਤਰ੍ਹਾਂ ਪਰਮਾਤਮਾ ਪ੍ਰਾਰਥਨਾ ਸੁਣਨੀ ਚਾਹੁੰਦਾ। ਸੋ ਉਸ ਵੇਲੇ ਜਦੋਂ ਸਾਤੋਂ ਪ੍ਰਾਰਥਨਾ ਨਹੀਂ ਹੁੰਦੀ, ਪਵਿੱਤਰ ਆਤਮਾ ਵਿੱਚ ਵਿਚਾਲੇ ਆ ਕੇ ਸਾਡੀ ਮਦਦ ਕਰਦਾ। ਕਈ ਵਾਰੀ ਆਤਮਾ ਸਾਡੇ ਅੰਦਰ ਖਾਹਿਸ਼ ਪੈਦਾ ਕਰਦੀ, ਤੁਹਾਡੇ ਕਿਵੇਂ ਦਿਲ ਕਰੂ ਮੈਂ ਪ੍ਰਾਰਥਨਾ ਕਰਾਂ। ਕਈ ਵਾਰੀ ਆਤਮਾ ਖਾਹਿਸ਼ ਪੈਦਾ ਕਰੂ ਤੁਹਾਡੇ ਅੰਦਰ ਕਿ ਤੁਸੀਂ ਪਰਮੇਸ਼ਵਰ ਮੋਰੇ ਪ੍ਰਾਰਥਨਾ ਕਰੋ, ਪਰ ਮੈਨੂੰ ਪਤਾ ਨਹੀਂ ਕੀ ਕਹਾਂ। ਉਸ ਵੇਲੇ ਆਤਮਾ ਵਿੱਚ ਆ ਕੇ ਤੁਹਾਡੀ ਮਦਦ ਕਰੂ। ਜੀਸਸ ਨੇ ਕਿਹਾ ਪਵਿੱਤਰ ਆਤਮਾ ਬਾਰੇ ਜੀਸਸ ਕਹਿੰਦਾ ਉਹ ਕੌਣ ਹੈ? ਉਹ ਤੁਹਾਡਾ ਮਦਦਗਾਰ ਆ, ਸੰਤਾਂ ਦੀ ਮਦਦ ਕਰਨ ਦੇ ਲਈ, ਤਾਂ ਕਿ ਉਹ ਮਦਦ ਕਰੇ ਕਿ ਅਸੀਂ ਪਰਮੇਸ਼ਵਰ ਮੋਹਰੇ ਪ੍ਰਾਰਥਨਾ ਕਰੀਏ। ਉਹ ਸਾਡੀ ਕਮਜ਼ੋਰੀ ਦੇ ਵਿੱਚ ਪਵਿੱਤਰ ਆਤਮਾ ਸਾਡੀ ਮਦਦ ਕਰਦਾ। ਤੁਹਾਨੂੰ ਮੂੰਹ ਚੋਂ ਬੋਲਣ ਦੀ ਲੋੜ ਨਹੀਂ, ਮੂੰਹ ਚੋਂ ਪ੍ਰਾਰਥਨਾ ਕਰਨ ਦੀ ਲੋੜ ਨਹੀਂ। ਰੱਬ ਅੰਦਰੋਂ ਜਾਣਦਾ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਆ। ਪਵਿੱਤਰ ਆਤਮਾ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ, ਉਹ ਜਾਣਦਾ ਆ ਕਿ ਤੁਹਾਡੇ ਅੰਦਰੂਨੀ ਪ੍ਰਾਰਥਨਾ ਕੀ ਆ, ਕਿ ਤੁਹਾਡੀ ਆਤਮਾ ਪਰਮੇਸ਼ਵਰ ਨੂੰ ਕੀ ਕਹਿਣਾ ਚਾਹੁੰਦੀ ਆ। ਅਤੇ ਪਵਿੱਤਰ ਆਤਮਾ ਤੁਹਾਡੀ ਪ੍ਰਾਰਥਨਾ ਲੈ ਜਾ ਕੇ ਰੱਬ ਦੇ ਮੋਹਰੇ ਪੇਸ਼ ਕਰੂ, ਜਿਸ ਤਰ੍ਹਾਂ ਪੇਸ਼ ਕਰਨੀ ਚਾਹੀਦੀ ਆ। ਸੋ ਅਸੀਂ ਕਹਾਂ ਪੜ੍ਹਦੇ ਆ ਕਿ ਸੰਤ ਕੀ ਕਹਿੰਦਾ 28ਵੀਂ ਐਤ, ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ, ਸਾਰੀਆਂ ਚੀਜ਼ਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਰਜ਼ੀ ਆ ਮਨਸਾ ਅਨੁਸਾਰ ਸੱਦੇ ਹੋਏ। ਸੰਤ ਕਹਿੰਦਾ ਫਿਕਰ ਨਾ ਕਰੋ ਕਿ ਜਿੰਨਾ ਚਿਰ ਤੁਸੀਂ ਜੀਸਸ ਨੂੰ ਪਿਆਰ ਕਰਦੇ ਹੋ, ਜਿੰਨਾ ਚਿਰ ਤੁਸੀਂ ਉਹਦੇ ਸੇਵਕ ਆ, ਤੁਹਾਡੀ ਜ਼ਿੰਦਗੀ 'ਚ ਜੋ ਵੀ ਹੁੰਦਾ, ਚਾਹੇ ਚੰਗਾ ਹੋਵੇ ਚਾਹੇ ਮੰਦਾ ਹੋਵੇ, ਰੱਬ ਦੀ ਮਰਜ਼ੀ ਆ, ਉਹ ਪਰਮੇਸ਼ਵਰ ਦੀ ਮਰਜ਼ੀ ਆ। ਇਹ ਸਾਰੀਆਂ ਚੀਜ਼ਾਂ ਅੰਤ 'ਚ ਤੁਹਾਡੇ ਭਲੇ ਲਈ ਆ। ਕਈ ਵਾਰੀ ਦੁੱਖ ਵੀ ਸਾਡੇ ਭਲੇ ਲਈ ਆ, ਕਈ ਵਾਰੀ ਸਾਨੂੰ ਤਕਲੀਫਾਂ 'ਚ ਜਾਣਾ ਪੈਂਦਾ, ਉਹ ਵੀ ਸਾਡੇ ਭਲੇ ਲਈ ਆ। ਪਿਛਲੇ ਹਫ਼ਤੇ ਅਸੀਂ ਪੜ੍ਹਿਆ ਕਿ ਜੀਸਸ ਨੂੰ ਦੁੱਖਾਂ ਰਾਹੀਂ ਉਸ ਭੱਠੀ ਦੇ ਵਿੱਚ ਹੀ ਜਾਣਾ ਪਿਆ। ਪਰਮੇਸ਼ਵਰ ਦਾ ਸਰਾਪ ਉਸਨੇ ਆਪਣੇ ਸਰੀਰ ਉੱਤੇ ਲਿਆ। ਪਰਮੇਸ਼ਵਰ ਦਾ ਸਰਾਪ ਉਸ ਸਲੀਬ ਦੇ ਉੱਤੇ ਉਹ ਸਹਿੰਦਾ। ਇੱਥੋਂ ਤੱਕ ਕਿ ਪਹਿਲੀ ਵਾਰੀ ਜੀਸਸ ਨੇ ਕਦੇ ਮਹਿਸੂਸ ਨਹੀਂ ਕੀਤਾ ਕਿ ਕਿਸ ਤਰ੍ਹਾਂ ਹੋਊਗਾ ਜੇ ਉਹਦਾ ਬਾਪ ਉਹਨੂੰ ਛੱਡ ਕੇ ਚਲੇ ਜਾਵੇ, ਕਿਉਂਕਿ ਉਹਦਾ ਬਾਪ ਕਦੇ ਵੀ ਉਹਨੂੰ ਛੱਡ ਕੇ ਨਹੀਂ ਗਿਆ। ਤਾਂ ਜਦੋਂ ਪਹਿਲੀ ਵਾਰੀ ਉਹਦਾ ਬਾਪ ਉਹਨੂੰ ਛੱਡ ਕੇ ਜਾਂਦਾ ਉਸ ਕ੍ਰਾਸ ਤੇ, ਉਹਦੇ ਦਰਦਾਂ ਹੋ ਰਹੀਆਂ ਕਿਉਂਕਿ ਹੱਥਾਂ ਪੈਰਾਂ ਵਿੱਚ ਖੇਲੇ ਆ। ਪਰ ਉਹਨਾਂ ਦਰਦਾਂ ਦੇ ਨਾਲੋਂ ਸਾਰਿਆਂ ਨਾਲੋਂ ਬੜਾ ਦਰਦ ਇਹ ਸੀ ਕਿ ਬਾਪ ਉਹਨੂੰ ਛੱਡ ਕੇ ਚਲੇ ਗਿਆ। ਪਹਿਲੀ ਵਾਰੀ ਉਸਨੇ ਦੇਖਿਆ ਕਿਸ ਤਰ੍ਹਾਂ ਲੱਗਦਾ ਜਦੋਂ ਰੱਬ ਸੱਚੀ ਤੁਹਾਨੂੰ ਛੱਡ ਕੇ ਚਲੇ ਜਾਵੇ। ਉਹ ਦਰਦ ਕਰਕੇ ਨਹੀਂ ਰੋਇਆ, ਜੋ ਗਿੱਲ ਗੱਡੇ ਸੀ ਉਹਨਾਂ ਕਰਕੇ ਨਹੀਂ ਰੋਇਆ। ਉਹ ਇੱਕ ਗੱਲ ਇਹ ਰੋਇਆ, ਕਹਿੰਦਾ ਹੇ ਬਾਪੂ ਤੂੰ ਮੈਨੂੰ ਕਿਉਂ ਛੱਡ ਗਿਆ? ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਕੇ ਚਲੇ ਗਿਆ? ਸਾਰਿਆਂ ਨਾਲੋਂ ਜ਼ਿਆਦਾ ਦੁੱਖ ਉਹਨੂੰ ਇਹ ਸੀ ਕਿ ਪਰਮੇਸ਼ਵਰ ਉਹਨੂੰ ਛੱਡ ਕੇ ਪਹਿਲੀ ਵਾਰੀ ਚਲੇ ਗਿਆ। ਪਹਿਲੀ ਵਾਰੀ ਬਾਪ ਨੇ ਆਪਣਾ ਚਿਹਰਾ ਆਪਣੇ ਪੁੱਤ ਤੋਂ ਮੋੜਿਆ ਅਤੇ ਉਹ ਇੰਨਾ ਭਾਰਾ ਦੁੱਖ ਸੀ ਕਿ ਜੀਸਸ ਲਈ ਸਹਿਣਾ ਔਖਾ ਸੀ ਕਿ ਉਹ ਸਲੀਬ ਤੇ ਸਵਾਲ ਕਰਦਾ ਪਹਿਲੀ ਵਾਰੀ ਆਪਣੇ ਬਾਪ ਨੂੰ, ਕਿਉਂ, ਕਾਹਦੇ ਲਈ ਤੂੰ ਮੈਨੂੰ ਛੱਡ ਕੇ ਚਲੇ ਗਿਆ? ਪਰ ਉਹ ਦੁੱਖ ਰਾਹੀਂ ਜੀਸਸ ਨੂੰ ਜਾਣਾ ਪੈਣਾ ਸੀ।
देखो दुख ने कितना फायदा दिता, जीसस के क्रॉस ते चढ़न नाल, दुख भोगण दे नाल लखां दे लखां रब दे कोल आए। सो बाइबल की कहती, सारियां चीज़ां ਜਿਹੜੇ ਰੱਬ ਨੂੰ ਪਿਆਰ ਕਰਦੇ ਆ, ਜਿਹੜੇ ਨਹੀਂ ਕਰਦੇ ਉਹ ਨਹੀਂ, ਜਿਹੜੇ ਰੱਬ ਨੂੰ ਪਿਆਰ ਕਰਦੇ ਆ, ਜਿਹੜੇ ਰੱਬ ਦੇ ਲੋਕ ਆ, ਜੋ ਵੀ ਤੁਹਾਡੀ ਜ਼ਿੰਦਗੀ 'ਚ ਹੁੰਦਾ, ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ, ਉਹ ਪਰਮੇਸ਼ਵਰ ਦੀ ਮਰਜ਼ੀ ਤਾਂ ਤੁਹਾਡੇ ਭਲੇ ਲਈ ਆ, ਕਿਉਂਕਿ ਪਰਮੇਸ਼ਵਰ ਦੇ ਹੱਥਾਂ ਵਿੱਚ ਤੁਹਾਡੀ ਜ਼ਿੰਦਗੀ, ਤੁਸੀਂ ਉਹਦੇ ਬੱਚੇ ਆ, ਉਹਨੂੰ ਪਤਾ ਉਹ ਕੀ ਕਰ ਰਿਹਾ ਆ। ਸੰਤ ਤਾਂ ਹੀ ਕਹਿੰਦਾ, ਹਰੇਕ ਹਾਲਤਾਂ ਦੇ ਵਿੱਚ ਉਹਦਾ ਧੰਨਵਾਦ ਕਰੋ, ਦੁੱਖਾਂ ਦੇ ਵਿੱਚ ਵੀ ਅਤੇ ਸੁੱਖਾਂ ਦੇ ਵਿੱਚ ਵੀ ਉਹਦਾ ਧੰਨਵਾਦ ਕਰੋ। ਬਾਈਬਲ ਦੇ ਵਿੱਚ ਕਈ ਮਿਸਾਲ ਆ ਜਦੋਂ ਉਹਦੇ ਸੇਵਕਾਂ ਨੂੰ ਦੁੱਖਾਂ ਨਾਲ ਹੀ ਜਾਣਾ ਪਿਆ, ਪਰ ਅੰਤ 'ਚ ਅਸੀਂ ਦੇਖਦੇ ਕਿ ਰੱਬ ਆਉਂਦਾ, ਉਹਨਾਂ ਨੂੰ ਬਚਾਉਂਦਾ। ਅਸੀਂ ਦੇਖਦੇ ਕਿ ਜਿਹੜੇ ਦੁੱਖ ਸੀਗੇ ਉਹ ਉਹਨਾਂ ਦੇ ਭਲੇ ਲਈ ਸੀਗੇ। ਸੋ ਇੱਥੇ ਬਾਈਬਲ ਦੱਸਦੀ ਕਿ ਜੇ ਤੁਸੀਂ ਰੱਬ ਦੇ ਹੱਥਾਂ 'ਚ ਉਹਦੇ ਬੱਚੇ ਆ ਤਾਂ ਹਰੇਕ ਚੀਜ਼ਾਂ ਧੰਨਵਾਦ ਕਰੋ ਕਿ ਦੁੱਖ ਤਕਲੀਫਾਂ ਜੋ ਵੀ ਆਉਂਦੀਆਂ ਉਹ ਤੁਹਾਡੇ ਫਾਇਦੇ ਲਈ ਆ, ਤੁਹਾਡੇ ਭਲੇ ਲਈ ਆ, ਕਿਉਂਕਿ ਤੁਸੀਂ ਉਹਦੇ ਬੱਚੇ ਆ। ਪਰਮੇਸ਼ਵਰ ਨੂੰ ਤੁਹਾਡੀ ਪਰਵਾਹ, ਤੁਹਾਡੀ ਜ਼ਿੰਦਗੀ ਹੁਣ ਤੁਹਾਡੇ ਹੱਥਾਂ 'ਚ ਨਹੀਂ, ਉਹਦੇ ਹੱਥਾਂ ਦੇ ਵਿੱਚ ਆ। ਜੀਸਸ ਤੋਂ ਪਹਿਲਾਂ ਸਾਡੀ ਜ਼ਿੰਦਗੀ ਸ਼ੈਤਾਨ ਦੇ ਹੱਥ 'ਚ ਸੀ। ਜੋ ਸ਼ੈਤਾਨ ਚਾਹੁੰਦਾ ਸੀ ਹੁੰਦਾ ਸੀ। ਆਦਮੀ ਕਈ ਕੁਛ ਹੁੰਦਾ ਸੋਚਦਾ ਆ, ਪਰ ਤੁਸੀਂ ਦੇਖਿਆ ਜੋ ਆਦਮੀ ਸੋਚਦਾ ਉਹ ਹੁੰਦਾ ਨਹੀਂ। ਕਿਉਂ ਨਹੀਂ ਹੁੰਦਾ? ਅਸੀਂ ਜਦੋਂ ਸਕੂਲੇ ਪੜ੍ਹਦੇ ਕਈ ਸੁਪਨੇ ਹੁੰਦੇ, ਮੈਂ ਪੜੂੰਗਾ, ਫਲਾਣਾ ਕਰੂੰਗਾ, ਹੁੰਦਾ ਕੁਛ ਨਹੀਂ। ਉਹ ਸੁਪਨੇ ਪੂਰੇ ਨਹੀਂ ਹੁੰਦੇ ਜਿਸ ਤਰ੍ਹਾਂ ਅਸੀਂ ਚਾਹਿਆ। ਉਹ ਜ਼ਿੰਦਗੀ ਉਸ ਪੱਧਰ ਤੇ ਨਹੀਂ ਚੱਲਦੀ ਜਿਸ ਤਰ੍ਹਾਂ ਅਸੀਂ ਸੋਚਿਆ। ਸਾਡੀ ਜ਼ਿੰਦਗੀ ਇਸ ਰਾਹ ਤੇ ਚੱਲੂਗੀ। ਕਾਹਦੇ ਲਈ? ਕਿਉਂਕਿ ਜ਼ਿੰਦਗੀ ਸਾਡੇ ਹੱਥਾਂ 'ਚ ਨਹੀਂ ਹੈ। ਬਾਈਬਲ ਦੱਸਦੀ ਕਿ ਆਤਮਾਵਾਂ ਆ ਜਿਨ੍ਹਾਂ ਦੇ ਹੱਥਾਂ ਵਿੱਚ ਇਨਸਾਨ ਦੀ ਜ਼ਿੰਦਗੀ ਆ, ਸਾਡੇ ਬਸ ਦੇ ਵਿੱਚ ਨਹੀਂ। ਤਾਂ ਹੀ ਤਾਂ ਸ਼ੁਰੂ ਦੇ ਵਿੱਚ ਲੜਾਈ ਹੋਈ ਸੀ, ਕਿਉਂਕਿ ਸ਼ੈਤਾਨ ਰਾਜ ਕਰਨਾ ਚਾਹੁੰਦਾ ਸੀ ਉਸ ਆਦਮੀ ਤੇ ਜਿਹਨੂੰ ਪਰਮੇਸ਼ਵਰ ਨੇ ਬਣਾਇਆ। ਸ਼ੈਤਾਨ ਖੁਦਾ ਬਣਨਾ ਚਾਹੁੰਦਾ ਸੀ, ਸ਼ੈਤਾਨ ਰੱਬ ਬਣਨਾ ਚਾਹੁੰਦਾ ਸੀ। ਕਾਹਦੇ ਲਈ? ਉਹ ਚਾਹੁੰਦਾ ਸੀ ਕਿ ਇਨਸਾਨ ਜਿਹੜਾ ਰੱਬ ਨੇ ਬਸਿਆ ਉਹਦੇ ਹੱਥਾਂ ਵਿੱਚ ਹੋਵੇ, ਉਹਦੇ ਬਸ ਦੇ ਵਿੱਚ ਹੋਵੇ। ਇਸ ਕਰਕੇ ਸਾਡੀਆਂ ਜ਼ਿੰਦਗੀਆਂ ਸਾਡੇ ਹੱਥਾਂ 'ਚ ਨਹੀਂ ਆ। ਜਿੰਨੇ ਮਰਜ਼ੀ ਅਸੀਂ ਸੁਪਨੇ ਲਈਏ, ਉਹ ਸਾਰੇ ਸੁਪਨੇ ਪੂਰੇ ਨਹੀਂ ਹੋਣਗੇ। ਉਹੀ ਹੋਊਗਾ ਜੋ ਆਤਮਾਵਾਂ ਚਾਹੁੰਦੀਆਂ। ਅਗਰ ਸ਼ੈਤਾਨ ਚਾਹੁੰਦਾ ਤੁਸੀਂ ਕਾਮਯਾਬ ਨਾ ਹੋਵੋ, ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਤੁਸੀਂ ਕਾਮਯਾਬ ਨਹੀਂ ਹੋਵੋਗੇ। ਪਰ ਜੇ ਸ਼ੈਤਾਨ ਚਾਹੁੰਦਾ ਤੁਸੀਂ ਕਾਮਯਾਬ ਹੋਵੋ, ਤਾਂ ਚਾਹੇ ਤੁਹਾਡੇ ਕੋਲ ਕੁਝ ਵੀ ਨਹੀਂ, ਉਹ ਤੁਹਾਨੂੰ ਫਿਰ ਵੀ ਕਾਮਯਾਬੀ ਦੋ, ਕਿਉਂਕਿ ਸਾਡੀਆਂ ਜ਼ਿੰਦਗੀਆਂ ਉਹਦੇ ਹੱਥਾਂ 'ਚ ਆ। ਅਤੇ ਸ਼ੈਤਾਨ ਚੰਗਾ ਫਰਿਸ਼ਤਾ ਨਹੀਂ, ਉਹ ਬਹੁਤ ਬੁਰਾ। ਉਹਦੇ ਖਿਆਲ ਇਨਸਾਨ ਬਾਰੇ ਬੁਰੇ ਆ, ਉਹਦੀਆਂ ਸੋਚਾਂ ਇਨਸਾਨ ਬਾਰੇ ਬੁਰੀਆਂ। ਪਰ ਜਦੋਂ ਅਸੀਂ ਹੁਣ ਜੀਸਸ ਕੋਲ ਆਏ, ਹੁਣ ਸਾਡੀ ਜ਼ਿੰਦਗੀ ਸ਼ੈਤਾਨ ਦੇ ਹੱਥਾਂ 'ਚ ਨਹੀਂ, ਜੀਸਸ ਦੇ ਹੱਥਾਂ 'ਚ। ਹੁਣ ਸਾਡੀ ਜ਼ਿੰਦਗੀ ਜੋ ਚੀਜ਼ਾਂ ਪੂਰੀਆਂ ਹੋਣਗੀਆਂ ਜੋ ਪਰਮੇਸ਼ਵਰ ਚਾਹੁੰਦਾ ਆ, ਉਹ ਹੋਊਗਾ ਜੋ ਪਰਮੇਸ਼ਵਰ ਦੀ ਮਰਜ਼ੀ ਆ। ਸ਼ੈਤਾਨ ਜੋ ਮਰਜ਼ੀ ਕਹੇ ਕਿ ਮੈਂ ਤੁਹਾਡੇ ਉੱਤੇ ਆ ਲਿਆਉਂਗਾ ਸਰਾਫ, ਆ ਕਰੂੰਗਾ, ਪਰ ਹੋਊਗਾ ਕੁਝ ਵੀ ਨਹੀਂ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਆ। ਹੋਊਗਾ ਉਹ ਜੋ ਪਰਮੇਸ਼ਵਰ ਤੁਹਾਡਾ ਚਾਹੁੰਦਾ ਆ। ਹਮੇਸ਼ਾ ਯਾਦ ਰੱਖੋ, ਤੁਹਾਡੇ ਰੱਬ ਦੀਆਂ ਸੋਚਾਂ ਤੁਹਾਡੇ ਲਈ ਚੰਗੀਆਂ ਆ। ਉਹ ਸ਼ੈਤਾਨ ਵਾਂਗੂ ਨਹੀਂ, ਉਹ ਕਦੇ ਬੰਦੇ ਦਾ ਬੁਰਾ ਨਹੀਂ ਤੱਕਦਾ। ਸੋ ਸੰਤ ਕਹਿੰਦਾ ਸੀ, ਫਿਰ ਤੋਂ ਪੜ੍ਹਦੇ ਆ 28ਵੀਂ ਐਤ, ਅਸੀਂ ਜਾਣਦੇ ਹਾਂ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖ, ਜਿਹੜੇ ਰੱਬ ਨੂੰ ਪਿਆਰ ਕਰਦੇ ਆ। ਅਸੀਂ ਰੱਬ ਨੂੰ ਬੇਵਕੂਫ ਨਹੀਂ ਬਣਾ ਸਕਦੇ। ਉਹ ਜਾਣਦਾ ਕਿ ਕਿਆ ਸਾਡਾ ਪਿਆਰ ਉਹਦੇ ਨਾਲ ਸੱਚਾ ਕਿ ਨਹੀਂ, ਕਿ ਜੇ ਅਸੀਂ ਰੱਬ ਨੂੰ ਪਿਆਰ ਕਰਦੇ ਹਾਂ, ਸਾਰੀਆਂ ਚੀਜ਼ਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸਾ, ਉਹਦਾ ਮਤਲਬ ਉਹਦੀ ਮਰਜ਼ੀ ਮੁਤਾਬਕ ਸੱਦੇ ਹੋਏ ਹਨ। ਗਾਹਾਂ ਅਸੀਂ ਪੜ੍ਹਦੇ, ਕਿਉਂਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਸੀ। ਅਸੀਂ ਰੱਬ ਕੋਲ ਆਏ ਹਾਂ।
क्योंकि परमेश्वर बाइबल दसदी कि साडे जन्म तो पहला रब ने सानू जानिया। परमेश्वर जरमाया नूं कहंदा कि जरमाया जदों तू अपनी मां की कुख दे विच सी मैं तैनू जानिया, तैनू मैं चुनिया। संत कहंदा कि रब ने सानू शुरू तो सत्या, उन्होंने पता किहड़े ओहदे लोकी आ। दुनिया जिस तरह से दसिया 3 तरह के लोग आ, भेडां, बकरियां अते सूर। अते उन्हां सारियां चों जीसस आया भेडां नूं बुलाउण लई। ਉਹ ਭੇਡਾਂ ਦਾ ਚਰਵਾਹਾ ਆ, ਉਹ ਬੱਕਰੀਆਂ ਦਾ ਚਰਵਾਹਾ ਨਹੀਂ, ਉਹ ਸੂਰਾਂ ਦਾ ਚਰਵਾਹਾ ਨਹੀਂ, ਉਹ ਭੇਡਾਂ ਦਾ ਚਰਵਾਹਾ। ਤਾਂ ਜਿਹੜੇ ਲੋਕੀ ਉਹਦੀਆਂ ਭੇਡਾਂ ਆ ਉਹ ਉਹਨਾਂ ਨੂੰ ਸ਼ੁਰੂ ਤੋਂ ਜਾਣਦਾ ਆ। ਸਾਡੇ ਵਿੱਚੋਂ ਕਈਆਂ ਨੇ ਜੀਸਸ ਨੂੰ ਮੰਨਿਆ। ਅਗਰ ਸਵਾਲ ਪੁੱਛਿਆ ਜਾਵੇ ਤੁਸੀਂ ਕਾਹਦੇ ਲਈ ਮੰਨਿਆ, ਕਿਉਂ ਮੰਨਿਆ, ਸਾਡੇ ਕੋਲ ਜਵਾਬ ਨਹੀਂ। क्या तुसी मन्निया क्योंकि तो ਉਹਦਾ प्रचार सुनिया नहीं। जदों मैं मन्निया जीसस ਨੂੰ प्रचार किया गया मेरी समझ कुछ भी नहीं पिया कहंदा की आदमी। सिर्फ जदों जीसस कहंदा सी तो मैं समझ पैंदी सी जीसस का नाम लै रहा, पर बाकी सारा प्रचार वो बेचारे ने घंटा लाया प्रचार करने, कोई खाने नहीं पिया, पता नहीं की कहंदा सी। क्या कोई शक्ति देखी नहीं। क्यों मन्निया उन्हें क्या तू जीसस नूं मनना चाहना? मैं क्या हाँ। काहदे लई? क्योंकि बाइबल दसदी कि असीं पहला ही चुने गए। तो जदों रब पहला चुनदा तुहानूं प्रचार की लोड़ नहीं, सिर्फ जदों रब दा बुलावा आउंदा तुहानूं साडा आ तां असीं आउंदे हां। क्योंकि बुलावा देण वाला जीसस वो बुलांदा। बाइबल दसदी जॉन जेम्स अपने बाप दे नाल मच्छियां दे जाल बुनदे सी। जीसस आया की क्या आओ, उस वेले सारा कुछ छड़ गए। जीसस मगर हो तुरे क्योंकि उसने उन्होंने बुलाया। कद लिए? क्योंकि पहला तो चुने गए सी। सिर्फ लोड़ सी कि रब अपने टाइम सिर जदों रब दा टाइम है उन्होंने बुलावे। सारियां चीज़ां परमेश्वर के टाइम दे विच हुंदियां। मोसेस रब दे लई हिलिया, पर वो हिलिया अपने टाइम। मोसेस नूं कोई कामयाबी नहीं मिली। बाइबल दसदी कि मोसेस जदों जवान सी बाहर गया अते वो देखदा कि उहदे जिहड़े लोक आ वो मिस्र विच गुलाम आ, उन्हां नूं मारिया जांदा, उन्हां नूं कुੱਟਿਆ जांदा। वो अपने लोकां नूं उस टाइम ते बचाना चाहता सी। तो फिर वो देखदा कि एक मिस्री ओदे लोक नूं मारदा कुटदा, उसने मिस्री नूं मारिया, वो मर गया। ओदा मिशन फेल हो गया, नट के अपनी जान बचानी पई। वो मिस्र तो नट गया इजिप्ट तो कि जे राजे नूं पता लग गया उन मैनूं मार देना। वो अपनी ताकत विच हिलिया अपने लोकां नूं बचाण लई। ओदे विच प्यार सी अपने लोकां लई। उन्होंने पता सी कि चाहे वो राजे दे महलों दे विच पड़िया वो फिर भी एक यहूदी है। अते वो अपने आप नूं यहूदियों दे नाल गिनना चाहते सी। अगर वो गुलाम है तो मैं भी उन्हां दे नाल आ। उसने उस गुलामी तो अपने लोगों को बचाना चाहा, पर मोसेस दा मिशन फेल हो गया क्योंकि अपनी ताकत विचों हिलिया। रब दा टाइम नहीं सी। मोसेस नठिया मीडियम की जमीन ते गया, उत्थे सी जान उसने ब्याह करा लिया, ਉਹਦੇ ਇੱਕ लड़का गरशम भी पैदा होया। मोसेस मिस्र बारे भुल गया, अपने लोगों बारे भुल गया। कहता की फायदा, मैं गया मैं फेल हो गया, मैं अपने मिशन से आजाद करन गया तो मेरा बनया कुछ नहीं। समझ के मैनू नट के इत्थे आके रहना पिया। मेरे मापे मेरे भरा भैन अज मिस्र दे विच आ। भुल गया सारिया चीज़ां, अपने सौहरे दियां भेडां बकरियां चारण लग पिया। मिस्र बारे सारा कुछ भुल गया कि मेरे बस दे विच नहीं, मैं लोगों को बचावां, रब ने मैनू नहीं चुनिया। पर एक दिन रब का बुलावा आया जदों सही टाइम होया। वो देखदा भेडां बकरियां चारदा, पहाड़ ते झाड़ियां नूं अग लगी हो।
ਝਾੜੀਆਂ ਜਲਦੀਆਂ ਨਹੀਂ ਆ। ਉਹ ਹੈਰਾਨ ਹੋਇਆ ਹੈ ਕਿਦਾਂ ਇਹ ਹੋ ਕਿਦਾਂ ਸਕਦਾ, ਅੱਗ ਲੱਗੀ ਹੋਆ ਪਰ ਝਾੜੀ ਜੜੇ ਨਾ। ਉਹ ਕੋਲ ਦੇਖਣ ਗਿਆ ਤਾਂ ਉੱਥੋਂ ਨੂੰ ਆਵਾਜ਼ ਆਈ, ਮੋਜ਼ਿਸ। ਅਤੇ ਰੱਬ ਨੇ ਉਹਨੂੰ ਕਿੱਦਾਂ ਸੱਦਿਆ ਉਹਦਾ ਨਾਂ ਲੈ ਕੇ, ਮੋਜ਼ਿਸ। ਕਿਉਂਕਿ ਰੱਬ ਉਹਦਾ ਨਾਂ ਜਾਣਦਾ ਸੀ, ਕਿਉਂਕਿ ਮੋਜ਼ਿਸ ਨੂੰ ਇਹ ਨਸੂ ਪਤਾ ਰੱਬ ਨੇ ਉਹਨੂੰ ਸ਼ੁਰੂ ਤੋਂ, ਜੇ ਉਹ ਜੰਮਿਆ ਵੀ ਨਹੀਂ ਸੀ, ਹਜੇ ਉਹਦੇ ਮਾਪੇ ਵੀ ਨਸੂ ਜੰਮੇ, ਕਿ ਰੱਬ ਨੇ ਉਹਨੂੰ ਚੁਣਿਆ। ਕਿਉਂਕਿ ਰੱਬ ਨੇ ਕਿਹਾ ਸੀ ਇਬਰਾਹਿਮ ਨੂੰ ਕਈ ਸਦੀਆਂ ਪਹਿਲਾਂ, ਇਬਰਾਹਿਮ ਤੇਰੇ ਲੋਕ, ਹਜੇ ਜੇਕਬ ਵੀ ਨਸੂ ਪੈਦਾ ਹੋਇਆ, ਹਜੇ 12 ਗੋਤਾਂ ਵੀ ਪੈਦਾ ਨਸੂ ਹੋਈਆਂ। ਰੱਬ ਇਬਰਾਹਿਮ ਕਹਿੰਦਾ ਇਬਰਾਹਿਮ ਤੇਰੇ ਲੋਕ ਹੋਰ ਮੁਲਕ ਜਾਣਗੇ, ਉੱਥੇ ਗੁਲਾਮ ਹੋਣਗੇ, ਉਹਨਾਂ ਨੂੰ ਮੈਂ ਵਾਪਸ ਲੈ ਕੇ ਆਉਂ। ਰੱਬ ਨੇ ਪਹਿਲਾਂ ਹੀ ਉਸ ਟਾਈਮ ਤੇ ਮੋਜ਼ਿਸ ਦੇਖਿਆ, ਮੋਜ਼ਿਸ ਚੁਣਿਆ। ਨਾ ਮੋਜ਼ਿਸ ਜੰਮਿਆ, ਨਾ ਉਹਦੇ ਹਜੇ ਮਾਪੇ ਜੰਮੇ, ਨਾ ਉਹਦੇ ਹਜੇ ਦਾਦਾ ਦਾਦੀ ਜੰਮੇ। ਰੱਬ ਨੇ ਪਹਿਲਾਂ ਹੀ ਉਹਨੂੰ ਜਾਣਿਆ। ਸੋ ਸਾਡਾ ਸੰਤ ਇੱਥੇ ਕਹਿੰਦਾ ਕਿ ਅਸੀਂ ਸ਼ੁਰੂ ਤੋਂ ਚੁਣੇ ਗਏ ਆ। ਰੱਬ ਸਾਨੂੰ ਸ਼ੁਰੂ ਤੋਂ ਜਾਣਦਾ, ਜਦੋਂ ਕਿ ਹਜੇ ਅਸੀਂ ਪੈਦਾ ਨਹੀਂ ਸੀ ਹੋਏ। ਫਿਰ ਤੁਸੀਂ ਪੜ੍ਹਦੇ ਆ 29ਵੀਂ ਐਤ, ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ। ਪਹਿਲਾਂ ਤੋਂ ਮਤਲਬ ਕਿ ਤੁਸੀਂ ਅਜੇ ਜੰਮੇ ਵੀ ਨਹੀਂ ਸੀ। ਰੱਬ ਨੇ ਪਹਿਲਾਂ ਤੋਂ ਜਾਣਿਆ ਕਿ ਇੱਕ ਦਿਨ ਤੁਸੀਂ ਉਹਦੇ ਕੋਲ ਆਓਗੇ। ਉਸਨੇ ਤੁਹਾਨੂੰ ਚੁਣਿਆ ਕਿ ਜਦੋਂ ਸਹੀ ਟਾਈਮ ਹੋਊਗਾ ਤੁਸੀਂ ਜੀਸਸ ਨੂੰ ਮੰਨੋਗੇ। ਜਦੋਂ ਸਹੀ ਟਾਈਮ ਹੋਇਆ ਤੁਸੀਂ ਉਹਦੇ ਚਰਨਾਂ 'ਚ ਆਓਗੇ। ਤੁਸੀਂ ਜਾਣੋਗੇ ਕਿ ਜੀਸਸ ਪ੍ਰਭੂ ਆ, ਉਹ ਪਰਮੇਸ਼ਵਰ ਆ, ਕਿਉਂਕਿ ਉਸਨੇ ਤੁਹਾਨੂੰ ਪਹਿਲਾਂ ਤੋਂ, ਕਦੋਂ ਤੋਂ ਪਹਿਲਾਂ ਤੋਂ, ਤੁਸੀਂ ਜੰਮੇ ਨਹੀਂ ਸੀ, ਪਹਿਲਾਂ ਤੋਂ ਨਹੀਂ ਤੁਹਾਡੇ ਮਾਂ-ਬਾਪ ਵੀ ਨਸੂਏ 'ਚ ਜੰਮੇ, ਉਹ ਤੁਹਾਨੂੰ ਪਹਿਲਾਂ ਤੋਂ ਜਾਣਿਆ। ਸੰਤ ਕੀ ਕਹਿੰਦਾ ਸਾਡਾ ਸੰਤ, ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗੇ ਠਹਿਰਾਇਆ ਸੀ, ਪਹਿਲਾਂ ਹੀ ਚੁਣ ਲਿਆ ਸੀ ਕਿ ਉਹਦੇ ਕੋਲ ਆਣਗੇ, ਭਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ, ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ। ਉਹਨੂੰ ਪਹਿਲਾਂ ਹੀ ਰੱਬ ਨੇ ਚੁਣਿਆ ਤਾਂ ਕਿ ਅਸੀਂ ਉਹਦੇ ਬਣੀਏ ਤੇ ਉਹਦੇ ਪੁੱਤ ਦੇ ਰੂਪ ਵਿੱਚ, ਜੀਸਸ ਦੇ ਰੂਪ ਵਿੱਚ ਬਦਲ ਜਾਈਏ, ਅਸੀਂ ਉਹਦੇ ਬੱਚੇ ਹੋਈਏ। ਜੀਸਸ ਕੌਣ ਆ? ਜੇਠਾ, ਸਭ ਤੋਂ ਬੜਾ। ਉਹ ਸਾਡਾ ਜੇਠਾ ਭਰਾ ਆ, ਉਹ ਸਾਡਾ ਜੇਠਾ ਪ੍ਰਭੂ ਆ, ਕਿ ਸਾਡੇ ਉਤਪਨ ਹੋਣ ਤੋਂ ਪਹਿਲਾਂ ਉਹ ਸੀ, ਉਹ ਜੇਠਾ ਆ, ਉਹ ਪਹਿਲਾ ਆ। ਅਤੇ ਜਿਹਨੂੰ ਉਸਨੇ ਅੱਗੇ ਠਹਿਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ। ਜਿਨ੍ਹਾਂ ਨੂੰ ਰੱਬ ਨੇ ਚੁਣ ਲਿਆ, ਇੱਕ ਦਿਨ ਬੁਲਾਵਾ ਆਇਆ, ਉਹ ਆਏ, ਰੱਬ ਨੇ ਉਹਨਾਂ ਨੂੰ ਸੱਦਿਆ, ਆਓ। ਸਾਇਰਸ ਪਰਸ਼ੀਆ ਦਾ ਰਾਜਾ ਜੇ ਜੰਮਿਆ ਨਹੀਂ ਸੀ। ਆਇਜ਼ਿਆ ਜੋ ਜੀਸਸ ਦੇ ਆਉਣ ਤੋਂ 700 ਸਾਲ ਪਹਿਲਾਂ ਆਇਆ ਸੀ, ਪਰਮੇਸ਼ਵਰ ਆਇਜ਼ਿਆ ਨੂੰ ਭਵਿੱਖਬਾਣੀ ਦਿੰਦਾ ਤਾਂ ਨਾਂ ਲੈ ਕੇ ਦਿੰਦਾ, ਕਿਹਦਾ ਨਾਂ? ਸਾਇਰਸ। ਪਰ ਉਹ ਹੈ ਕਿੱਥੇ? ਉਹ ਜੇ ਜੰਮਿਆ ਨਹੀਂ ਹੈ, ਪਰ ਉਹ ਆਊਂਗਾ। ਅਗਰ ਉਹ ਜੰਮਿਆ ਵੀ ਸੀ ਹਜੇ ਉਹਨਾਂ ਨੂੰ ਪਤਾ ਨਹੀਂ ਸੀ, ਪਰ ਉਹ ਆਊਂਗਾ। ਅਤੇ ਸਾਇਰਸ ਚੁਣਿਆ ਗਿਆ, ਪਰਸ਼ੀਆ ਦਾ ਰਾਜਾ। ਅਤੇ ਸਾਇਰਸ ਨੇ ਚੜ੍ਹਾਈ ਕੀਤੀ ਬੈਬੀਲੋਨ ਉੱਤੇ, ਜਿੱਥੇ ਯਹੂਦੀ ਗੁਲਾਮ ਸੀ। ਪਰਸ਼ੀਆ ਦਾ ਰਾਜ ਫਿਰ ਆਇਆ, ਸਮਰਾਟ, ਤੇ ਸਾਇਰਸ ਨੇ ਸਾਰੇ ਯਹੂਦੀ ਆਜ਼ਾਦ ਕਰਤੇ, ਜਿਸ ਤਰ੍ਹਾਂ ਰੱਬ ਨੇ ਕਿਹਾ ਸੀ। ਪਰ ਰੱਬ ਨੂੰ ਨਾਂ ਲੈ ਕੇ ਸਾਦਾ, ਕਿਉਂਕਿ ਪਹਿਲਾਂ ਤੋਂ ਠਹਿਰਾਇਆ ਗਿਆ ਸੀ। ਅਸੀਂ ਜੀਸਸ ਕੋਲ ਆਏ, ਉਸਨੇ ਸਾਨੂੰ ਪਹਿਲਾਂ ਚੁਣਿਆ। ਸਿਰਫ ਟਾਈਮ ਦੀ ਲੋੜ ਸੀ ਕਿ ਰੱਬ ਤੁਹਾਡਾ ਨਾਂ ਲੈ ਕੇ ਤੁਹਾਨੂੰ ਕਹੇ ਆ। ਤਾਂ ਉਸ ਵੇਲੇ ਤੁਹਾਡਾ ਦਿਲ ਕੀਤਾ ਮੈਂ ਹੁਣ ਜੀਸਸ ਨੂੰ ਮਿਲਣਾ, ਚਰਚ ਨੂੰ ਜਾਣਾ, ਕਿਉਂਕਿ ਉਹਨੂੰ ਬੁਲਾਇਆ ਆਤਮਾ ਆ। ਸੰਤ ਕੀ ਕਹਿੰਦਾ ਫਿਰ? ਤੂੰ 30ਵੀਂ ਐਤ, ਅਤੇ ਜਿਹਨੂੰ ਉਸਨੇ ਅੱਗੇ ਠਹਿਰਾਇਆ ਉਸਨੇ ਉਹਨਾਂ ਨੂੰ ਕੀ ਕੀਤਾ? ਸੱਦਿਆ ਵੀ। ਜਿਨ੍ਹਾਂ ਨੂੰ ਸੱਦਿਆ ਉਸਨੂੰ ਧਰਮੀ ਵੀ ਠਹਿਰਾਇਆ। ਕਿ ਜਿਨ੍ਹਾਂ ਨੂੰ ਰੱਬ ਨੇ ਸੱਦਿਆ, ਰੱਬ ਨੇ ਉਹਨਾਂ ਨੂੰ ਆਪਣੇ ਨਾਲ ਸਹੀ ਵੀ ਬਣਾਇਆ। ਅਸੀਂ ਹੁਣ ਉਹਦੇ ਨਾਲ ਸਹੀ ਬਣੇ। ਸਾਡਾ ਰਿਸ਼ਤਾ ਪਰਮੇਸ਼ਵਰ ਨਾਲ ਸਹੀ ਆ, ਅਸੀਂ ਉਹਦੇ ਦੁਸ਼ਮਣ ਨਹੀਂ, ਕਿਉਂਕਿ ਅਸੀਂ ਜੀਸਸ ਨੂੰ ਮੰਨਿਆ। ਜਿਹੜੀ ਗਬਲੀ ਕੰਧ ਸੀ, ਉਹ ਕੰਧ ਉਹਨੂੰ ਢਾਹ ਦਿੱਤੀ। ਜੀਸਸ ਨੇ 2 ਕੰਮ ਕੀਤੇ, ਪਰਦਾ ਪਾੜ ਦਿੱਤਾ
ਕੰਧਾਂ ਢਾ ਦਿੱਤੀਆਂ। ਜਦੋਂ ਜੀਸਸ ਸਲੀਬ ਤੇ ਸੀ, ਅਸੀਂ ਪੜ੍ਹਦੇ ਮੰਦਰ ਦਾ ਪੜਦਾ ਆਪਣੇ ਆਪੇ ਪਾੜ ਗਿਆ। ਉਹ ਸੀ ਯਹੂਦੀਆਂ ਲਈ, ਕਿਉਂਕਿ ਉਹ ਪੜਦਾ ਪਰਮੇਸ਼ਵਰ ਦੀ ਜਗਵੇਦੀ, ਪਰਮੇਸ਼ਵਰ ਦੇ ਸੰਦੂਕ ਮੋਰੇ, ਨੇਮ ਦੇ ਸੰਦੂਕ ਮੋਰੇ ਸੀ, ਜਿੱਥੇ ਸਿਰਫ ਬੜਾ ਪਾਦਰੀ ਜਾ ਸਕਦਾ ਸੀ, ਆਮ ਲੋਕੀ ਨਹੀਂ। ਸੋ ਸਲੀਬ ਤੇ ਜਦੋਂ ਜੀਸਸ ਪਹਿਲਾਂ ਪੜਦਾ ਪਾੜਦਾ, ਉਹਦਾ ਮਤਲਬ ਹੁਣ ਸਾਰੇ ਯਹੂਦੀ ਜੀਸਸ ਦੇ ਰਾਹੀਂ ਯਹੋਵਾ ਦੀ ਹਾਜ਼ਰੀ ਵਿੱਚ ਜਾ ਸਕਦੇ ਆ। ਪਰ ਜਿਹੜੀਆਂ ਪਰਾਈਆਂ ਕੌਮਾਂ ਸੀਗਾ, ਉੱਥੇ ਪੜਦਾ ਨਹੀਂ, ਉੱਥੇ ਕੰਧ ਸੀ, ਕਿਉਂਕਿ ਪਰਾਈਆਂ ਕੌਮਾਂ ਰੱਬ ਨੂੰ ਜਰਾ ਵੀ ਨਹੀਂ ਸੀ ਜਾਣਦੀਆਂ। ਬਾਈਬਲ ਕੀ ਕਹਿੰਦੀ, ਜਦੋਂ ਜੀਸਸ ਕ੍ਰਾਸ ਤੇ ਆ ਜ਼ਮੀਨ ਕੰਬੀ, ਭੁਚਾਲ ਆਇਆ। ਜਦੋਂ ਸਲੀਬ ਤੇ ਸੀ, ਕਹਿੰਦੇ ਚਟਾਨਾਂ ਟੁੱਟੀਆਂ, the rocks rended, ਚਟਾਨਾਂ ਟੁੱਟੀ। ਉਹਦਾ ਮਤਲਬ ਹੁਣ ਉਹਦੀਆਂ ਕੰਧਾਂ ਸੀਗੀਆਂ, ਉਹ ਤੋੜਤੀਆਂ, ਪਰਦਾ ਪਾੜ ਸਿੱਧਿਆ, ਕੰਧਾਂ ਤੋੜ ਦਿੱਤੀਆਂ। ਕਿ ਹੁਣ ਪਰਾਈਆਂ ਕੌਮਾਂ ਜਿਨ੍ਹਾਂ ਨੂੰ ਜਰਾ ਵੀ ਨਹੀਂ ਪਤਾ, ਤਾਂ ਹੀ ਕੰਧਾਂ ਹੈ ਮਜ਼ਬੂਤ, ਉਹ ਜਰਾ ਵੀ ਨਹੀਂ ਜਾਣਦੀਆਂ ਰੱਬ ਨੂੰ, ਉਹ ਵੀ ਕੰਧ ਰੱਬ ਤੋੜ ਦੋ। ਇੱਕ ਦਿਨ ਪਰਾਈਆਂ ਕੌਮਾਂ ਉਹਨੂੰ ਜਾਣਨਗੀਆਂ। ਸੋ ਕ੍ਰਾਸ ਤੇ ਦੋ ਚੀਜ਼ਾਂ ਦੇਖਦੇ, ਪੜਦਾ ਪਾੜਦਾ, ਤਾਂ ਫਿਰ ਅਸੀਂ ਦੇਖਦੇ ਕੰਧਾਂ ਟੁੱਟਦੀਆਂ, ਚਟਾਨਾਂ ਟੁੱਟਦੀਆਂ। ਕਿ ਹੁਣ ਯਹੂਦੀ ਅਤੇ ਪਰਾਈਆਂ ਕੌਮਾਂ ਇੱਕ ਰੱਬ ਨੂੰ ਮੰਨਣਗੀਆਂ। ਉਹਨਾਂ ਵਿੱਚ ਹੁਣ ਫਰਕ ਨਹੀਂ ਹੋ, ਦੋਨੋਂ ਇੱਕੋ ਹੀ ਪਿਆਲੇ ਤੋਂ ਪੀਣਗੀਆਂ, ਦੋਨਾਂ ਕੋਲ ਪਵਿੱਤਰ ਆਤਮਾ। ਸੋ ਸੰਤ ਕੀ ਕਹਿੰਦਾ, ਜਿਨ੍ਹਾਂ ਨੂੰ ਰੱਬ ਨੇ ਸੱਦਿਆ, ਉਹਨਾਂ ਆਪਣੇ ਨਾਲ ਉਹਨਾਂ ਨੂੰ ਸਹੀ ਵੀ ਬਣਾਇਆ। ਕਿਉਂਕਿ ਜਦੋਂ ਜੀਸਸ ਨੂੰ ਮੰਨਿਆ, ਉਹ ਕੰਧਾਂ ਪਾੜ ਗਈਆਂ। ਸਾਡਾ ਰਿਸ਼ਤਾ ਰੱਬ ਨਾਲ ਸਹੀ ਹੋਇਆ, ਕਿਉਂਕਿ ਅਸੀਂ ਮੰਨਿਆ ਜੀਸਸ ਮੇਰੇ ਲਈ ਮਰਿਆ, ਜੀਸਸ ਨੇ ਮੇਰੇ ਲਈ ਦੁੱਖ ਤੇ ਤਕਲੀਫ ਉਠਾਏ ਅਤੇ ਪਾਪਾਂ ਦੀ ਕੀਮਤ ਉਸਨੇ ਧਾਰੀ। ਸੰਤ ਕੀ ਕਹਿੰਦਾ, ਕਿਉਂ? ਅਤੇ ਜਿਨ੍ਹਾਂ ਨੂੰ ਉਸਨੇ ਪਿਓ ਠਹਿਰਾਇਆ, ਉਸਨੇ ਉਹਨਾਂ ਨੂੰ ਸੱਦਿਆ ਵੀ, ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਧਰਮੀ ਠਹਿਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ। ਇਹ ਤਾਂ ਬੜੀ ਵਡਿਆਈ ਕੀ ਆ? ਅਸੀਂ ਰੱਬ ਦੇ ਹੁਣ ਪੁੱਤ ਧੀਆਂ। ਇਹ ਤੋਂ ਬੜੀ ਵਡਿਆਈ ਕੀ ਹੋ ਸਕਦੀ ਹੈ? ਕਿ ਅਸੀਂ ਇਨਸਾਨ, ਤਾਂ ਹੀ ਤਾਂ ਸ਼ੈਤਾਨ ਇਨਸਾਨ ਨੂੰ ਨਫ਼ਰਤ ਕਰਦਾ। ਇੱਕ ਮਿੱਟੀ ਨੂੰ ਉਹਨ ਵਡਿਆਈ ਦਿੱਤੀ ਕਿ ਉਹ ਰੱਬ ਦੇ ਪੁੱਤ ਧੀਆਂ। ਜਦੋਂ ਕਿ ਸ਼ੈਤਾਨ ਕੱਢਿਆ ਗਿਆ, ਪਰ ਤੁਹਾਨੂੰ ਉਸਨੇ ਪੁੱਤ ਧੀਆਂ ਬਣਾਤਾ। ਉਸਨੇ ਵਡਿਆਈ ਦਿੱਤੀ ਤੁਹਾਨੂੰ ਕਿ ਰੱਬ ਦੀਆਂ ਨਜ਼ਰਾਂ 'ਚ ਇਹ ਨਾ ਕਹੋ ਮੈਂ ਕੁਛ ਵੀ ਨਹੀਂ ਆ, ਤੁਸੀਂ ਹੈ ਕੁਛ, ਤੁਸੀਂ ਉਹਦੇ ਪੁੱਤ ਧੀਆਂ ਹੈ। ਇਹ ਨਾ ਕਹੋ ਤੁਸੀਂ ਨਕੰਮੇ ਆ, ਤੁਸੀਂ ਨਕੰਮੇ ਨਹੀਂ ਆ, ਤੁਸੀਂ ਉਹਦੇ ਪੁੱਤ ਧੀਆਂ ਆ। ਉਸਨੇ ਤੁਹਾਨੂੰ ਵਡਿਆਈ ਦਿੱਤੀ, ਤੁਹਾਨੂੰ ਸੱਦਿਆ, ਆਪਣੇ ਨਾਲ ਸਹੀ ਬਣਾਇਆ, ਫਿਰ ਤੁਹਾਨੂੰ ਉਸਨੇ ਵਡਿਆਈ ਦਿੱਤੀ, ਉਸਨੇ ਤੁਹਾਨੂੰ ਆਪਣੇ ਪੁੱਤ ਧੀਆਂ ਬਣਾਇਆ ਅਤੇ ਸਵਰਗ ਦਾ ਮਾਲਕ ਬਣਾਇਆ। ਸ਼ੈਤਾਨ ਆ ਜੋ ਸੋਚਾ ਦਿੰਦਾ ਤੁਸੀਂ ਕੁਝ ਵੀ ਨਹੀਂ ਆ, ਅਸੀਂ ਹੈ ਕੁਝ, ਉਹਦੇ ਪੁੱਤ ਧੀਆਂ। ਤਾਂ ਹੀ ਉਸਨੇ ਸਾਨੂੰ ਹੱਕ ਦਿੱਤਾ। ਕਿਹੜਾ ਹੱਕ? ਉਹ ਕਹਿੰਦੇ ਜਦੋਂ ਪ੍ਰਾਰਥਨਾ ਕਰੋ ਰੱਬ ਨੂੰ ਕਹੋ, ਐ ਮੇਰੇ ਪਿਤਾ। ਉਸਨੇ ਤੁਹਾਨੂੰ ਹੱਕ ਦਿੱਤਾ ਉਹਨੂੰ ਪੇ ਕਹਿਣ ਲਈ, ਉਹਨੂੰ ਬਾਪ ਕਹਿਣ ਲਈ ਤੁਹਾਨੂੰ ਹੱਕ ਦਿੱਤਾ ਕਿ ਤੁਹਾਡਾ ਹੱਕ ਆ ਉਹਨੂੰ ਬਾਪ ਕਹੋ, ਕਿਉਂਕਿ ਤੁਸੀਂ ਉਹਦੇ ਪੁੱਤ ਧੀਆਂ। ਉਸਨੇ ਕੀ ਕੀਤਾ? ਸਾਨੂੰ ਪਹਿਲਾਂ ਠਹਿਰਾਇਆ, ਚੁਣਿਆ, ਸੱਦਿਆ, ਸਹੀ ਬਣਾਇਆ ਤੇ ਸਾਨੂੰ ਵਡਿਆਈ ਦਿੱਤੀ। ਅਸੀਂ ਹੁਣ ਉਹਦੇ ਪੁੱਤ ਧੀਆਂ ਆ। ਫਿਰ ਅਸੀਂ ਪੜ੍ਹਦੇ ਹੋਏ 31ਵੀਂ ਐਤ, ਉਪਰੰਤ ਅਸੀਂ ਉਹਨਾਂ ਗੱਲਾਂ ਉੱਤੇ ਕੀ ਆਖੀਏ, ਅਸੀਂ ਕੀ ਕਹਿ ਸਕਦੇ? ਸੰਤ ਕਹਿੰਦੇ, ਜਦੋਂ ਪਰਮੇਸ਼ਵਰ ਸਾਡੇ ਵਾਲਿਆ, ਕੌਣ ਸਾਡੇ ਵਿਰੁੱਧ ਹੋ ਸਕਦਾ? ਜੇ ਰੱਬ ਤੁਹਾਡੇ ਨਾਲ ਆ ਤਾਂ ਤੁਹਾਡੇ ਖਿਲਾਫ ਕੌਣ ਹੋ ਸਕਦਾ? ਜਦੋਂ ਰੱਬ ਨੇ ਤੁਹਾਨੂੰ ਬਰੀ ਕਰ ਦਿੱਤਾ ਕਿ ਤੁਸੀਂ ਦੋਸ਼ੀ ਨਹੀਂ ਆ, ਕਿਉਂਕਿ ਤੁਸੀਂ ਜੀਸਸ ਨੂੰ ਮੰਨਿਆ, ਤਾਂ ਜਦ ਰੱਬ ਤੁਹਾਡੇ ਨਾਲ ਤੁਹਾਨੂੰ ਬਰੀ ਕਰਤਾ ਤਾਂ ਕੌਣ ਤੁਹਾਡੇ ਉੱਤੇ ਦੋਸ਼ ਲਾ ਸਕਦਾ? ਕੌਣ ਕੀ ਕਰ ਸਕਦਾ? ਸ਼ੈਤਾਨ ਲੱਖਾਂ ਸਕੀਮਾਂ ਸੋਚੇ, ਲੱਖਾਂ ਗੱਲਾਂ ਸੋਚੇ, ਹੋਊਗਾ ਉਹ ਜੋ ਖੁਦਾ ਚਾਹੁੰਦਾ ਹੈ, ਕਿਉਂਕਿ ਉਹ ਤੁਹਾਨੂੰ ਚੁਣਿਆ, ਆਪਣਾ ਬਣਾਇਆ। ਕਿਉਂਕਿ ਸੰਤ ਕੀ ਕਹਿੰਦਾ ਕਿ ਉਹਨਾਂ ਦੇ ਖਿਲਾਫ ਕੌਣ ਹੋ ਸਕਦਾ? ਰੱਬ ਤੁਹਾਡੇ ਨਾਲ ਆ। ਬੰਦੇ ਖਿਲਾਫ ਹੋਣ ਕੁਛ ਨਹੀਂ ਕਰ ਸਕਦੇ।
शैतान खिलाफ या कुछ नहीं कर सकता, क्योंकि जे रब थोड़े नाल आ तो चाहे कोई लोग थोड़े ते जादू मंत्र करे, काला जादू पीला जादू, कोई फर्क नहीं पैंदा। जे रब नाल आ तो होगा वो जो रब चाहता, होर कुछ नहीं। संत कहता सी की कहिए, कहने की लोड़ की है, कहता जे रब साडे नाल आ फिर होर की कह सकदे तू बात कि होगा वो जो रब चाहता। आइज़ाया दी किताब च लिखिया कि कई हथियार शैतान कोल उसने तैयार किए हैं। वो हथियार संतां दे उत्ते, रब दे लोकां उत्ते वरतण लई, उन्हां ते हमला करन लई। पर की कहंदा रब दे बचन, कोई हथियार काम नहीं करूं। हथियार उहदे कोल बहुत है, तां ही कदे शैतान कुछ करूं, कदे इधरों आऊं, कदे उधरों आऊं, कई हथियार है। पर जे तुसीं उहदे लोग है, उहदा हथियार काम नहीं करो। हथियार उहदे कोल बहुत है। संत की कहंदा, उपरंत असीं उन्हां गल्लां उत्ते की आखीए, हुण असीं की कह सकदे? जदों परमेश्वर साडे वाल आ, कौन साडे खिलाफ हो सकदा? जे होवे भी वो कर की सकदे? कुछ भी नहीं कर सकते। वही होऊंगा जो रब होण दूंगा। जिसने अपने पुत्र का सरफा ना किया, सगों उसनूं उसी सबना लई दे दिता, सो दे नाल सारियां चीज़ां भी सानू की करना बख्शेगा। इत्थों तुसी देखो, रब ने सरफा नहीं किया। असीं कई बारी सरफा कर दिंदे रब नूं चीज़ां देण लई, लोभ आ जांदा साडे दिलां 'च, ना अज मैं पैसे नहीं देने क्योंकि मैं वॉशिंग मशीन ले रखी, चर्च नूं नहीं देने। असीं सरफा कर लैंदे, कई बारी रब नूं चीज़ां देण तो सरफा कर लैंदे, कई बारी चर्च आउण तो भी सरफा कर लैंदे। अज नहीं मैं अगली वीके जाऊँ चर्च, पर बाइबल दसदी रब ने सरफा नहीं किया। रब ने वो चीज़ दिती जड़ियां सारी सृष्टि तो, स्वर्ग नहीं, सारी सृष्टि तो उत्तम सी। ओदा पुत्त, ਉਹਦੇ ਪੁੱਤ ਤੋਂ ਬਿਨਾ ਹੋਰ ਕੋਈ ਚੀਜ਼ ਉਨੀ ਪਿਆਰੀ ਜਿੰਨਾ ਉਹਦਾ ਪੁੱਤ ਸੀ। ਪਰ ਉਹ ਕਹਿੰਦੇ ਨੇ ਆਪਣਾ ਪੁੱਤ ਵੀ ਨਹੀਂ, ਪਿੱਛੋਂ ਤੁਹਾਨੂੰ ਇੰਨਾ ਪਿਆਰ ਕੀਤਾ ਕਿ ਆਪਣਾ ਪੁੱਤ ਵੀ ਦੇ ਦਿੱਤਾ ਤੁਹਾਡੇ ਲਈ। ਅਗਰ ਰੱਬ ਨੇ ਆਪਣੇ ਪੁੱਤ ਦਾ ਸਰਫਾ ਨਹੀਂ ਕੀਤਾ, ਬਾਕੀ ਚੀਜ਼ਾਂ ਦਾ ਕਿੱਦਾਂ ਕਰਨ ਲੱਗਾ? ਸਵਰਗ ਤੁਹਾਡਾ ਹੈ, ਜਿਹਨੂੰ ਪੁੱਤ ਦੇ ਦਿੱਤਾ ਉਹਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਦਿੱਤੀਆਂ। ਸਵਰਗ ਤੁਹਾਡਾ, ਰੱਬ ਤੁਹਾਡਾ, ਜ਼ਮੀਨ ਅਸਮਾਨ ਤੁਹਾਡੇ। ਸੰਤ ਕੀ ਕਹਿੰਦਾ? ਸਾਡਾ ਸੰਤ ਪੌਲ ਇੱਕ ਜਗ੍ਹਾ ਤੇ ਕਹਿੰਦਾ ਹੈ ਕੁਛ ਨਹੀਂ। ਕੀ ਕਹਿੰਦਾ? ਕਹਿੰਦਾ ਹੈ ਕੁਛ ਨਹੀਂ, ਪਰ ਸਾਰੀਆਂ ਚੀਜ਼ਾਂ ਦੇ ਮਾਲਿਕ। ਕਿ ਹੈ ਕੁਛ ਨਹੀਂ, ਕਿ ਬੈਂਕ 'ਚ ਪੈਸਾ ਨਹੀਂ, ਆਪਣਾ ਘਰ ਨਹੀਂ, ਹੈ ਕੁਛ ਨਹੀਂ, ਪਰ ਫਿਰ ਵੀ ਕਹਿੰਦਾ ਮੈਂ ਅਮੀਰ ਆ, ਮੈਂ ਸਾਰੀਆਂ ਚੀਜ਼ਾਂ ਦਾ ਵਾਰਿਸ। ਸਵਰਗ ਮੇਰਾ, ਅਸਮਾਨ ਦੇ ਤਾਰੇ ਮੇਰੇ, ਬ੍ਰਹਿਮੰਡ ਮੇਰਾ, क्योंकि मैं परमेश्वर का बच्चा जो ओदा वो मेरा। चाहे कुछ भी नहीं, पर सारिया चीज़ों का मालिक, ये सारिया चीज़ों का मैं मालिक है। संत साडा की कहंदा कि जे रब ने अपना पुत्र देता, बाकी चीज़ां क्यों ना दूं? जब रब तो कोई चीज़ मंगो, ये ना सोच की पता देनी कि नहीं देनी। रब गुस्से हुंदा, कहंदा गल सुन, एक ही गल है कि मैं देना है या नहीं देना। जे मैं अपना पुत दे दिता, थानू सरफा नहीं किया पुत दा, तो बाकी चीज़ां तुसीं मेरे तो मंगदे मैं क्यों ना दूंगा? क्यों सवाल करदे? क्या मैं दे सकदा? कि रब ते हद कानू बनदे? वो की कहंदा, उन्हें अपने पुत दा सरफा नहीं किया, तो बाकी चीज़ां क्यों ना थानू दूंगा? परमेश्वर ने चुनिया होया दे उत्ते कौन दावा करेगा? संत कहते हैं रब दे चुने लोग है, उन्हें कौन दोषी ठहराऊंगा? कौन उन्हां वाल उंगली करूंगा? संत की कहता, वो कौन है जो सजा का हुक्म देवेगा? मसीह यसू है जिहड़ा मर गया, हाँ सगों मूर्तियां विचों जवाया गया, परमेश्वर दे सच्चे पासे है अते साडे लई सिफारिश करदा है। कौन साडे उत्ते दोष ला सकदा? साडे पाप हाँ असीं कीते, गुनाह हाँ असीं कीते,
पर हुण साडे ते दोष नहीं, क्योंकि जब साडे जज ने, जब रब ने कहता कि तू बरी है, मैं तेनू माफ करदा, होर कौन हुंदा उंगली करन वाला जो थोड़े वाल उंगली करो, यार तू तो इदां दा आ। जे जब फरिश्ते भी कौन हुंदे उंगली करन नूं, जद रब ने बख्श दिता। तीमी ने व्यभिचार किया, उसने तीमी नूं माफ किया। जिहड़ी उहदी दोषी सी वो सारे भज गए, क्योंकि जदों रब माफ करदा तो कौन आ दोष लाने वाला। कि जदों रब ने सजा भोगी, दुख भोगिया थोड़े पापां लई, की बनतारी परमेश्वर माफ करदा अते वो सानू अपने नाल सही बनांदा। उन्हां लोकां दे खिलाफ कौन दोष ला सकदा? जब बड़े जज ने कहता, रब ने लुक तू माफी मंगी, मैं तेनू माफ करता, होर कौन दोष ला सकदा? सो परमेश्वर दा तां लोकां वाल ना देखो, शैतान नूं तां हमेशा इदां उंगली करनी है। पर शैतान नूं भी कहो कि जब रब ने मैनू माफ करता, कोई किसी को ताकत नहीं, रब दे फरिश्तियां कोल भी ताकत नहीं तुहानूं दोषी ठहराउण लई। जदों परमेश्वर ने तुहाडा पुराना सारा रिकॉर्ड साफ करता, क्योंकि जज फरिश्ते नहीं है, जज इंसान नहीं है, जज परमेश्वर है। बल्कि हुण रब तुहाडे दोष नहीं लांदा। समझ के रब गुस्से हुंदा जदों कहंदे रब मैं तां पापी, मैं बुरा, मैं फलाना। रब कहंदा तू काहदे लई किया? जद तैनूं मैं माफ कर दिता, माफ करके मैं भुल भी गया तेरियां गलतियां, तू बार बार कानूं उही चीज़ां मेरे को लई आंदा जदों मैं माफ कर दिता। शैतान चलाक आ, वो अपनी चलाकी वरतदा, वो थोड़े अंदर सोचा दिंदा, तुसी समझ के तुसी भी उस चीज़ां नूं सोचण लग पैंदे जिहड़ियां सोचां तुहानूं दिंदा। किदां दियां सोचां दूंगा कि थोड़ा दिमाग खुद तुहानूं दोषी ठहरांदा। तुसी अपने आप नूं दोषी बनांदे, रब नहीं ठहरांदा, तुसी बनांदे हो। रब सिर्फ बाहरों शैतान से मड़ जी गल करदा, पर थोड़ा दिमाग फिर तुहानूं दोषी ठहरांदा। की कहूँगा? तुसी चंगे नहीं हो, सोचा कहूँगा मैं चंगा नहीं है, मैं बहुत बुरा है, मैं बहुत पापी है, रब ने मेरे वाल नहीं देखना, मैं परमेश्वर के प्यार के काबिल नहीं है, मैं बहुत बुरा। रब ने नहीं दोषी ठहराया, तुसी अपने आप दोषी ठहरांदे आ। हाँ, रब उन्होंने प्यार करता, मैनू नहीं। फर्क आइए तो नहीं सोचा, वो मेरे ज्यादा चंगे है, रब उन्होंने वाले आ, मेरे वाल नहीं है। मैं रब मोरे पाप किया, हुण रब मैनू अगे वांगू प्यार नहीं करूंगा। इदां दी सोचां आईयां। हाँ, आउंदी है। मैं हुण गलती कर ली, रब ने हुण मैनू अगे वांगू प्यार नहीं करना जिद्दां अगे करदा सी। ये सारा कुछ झूठ है। ये थोड़ा दिमाग या थानू, तुसी अपने आप उत्ते उंगली कर रहे हो, रब नहीं कर रहे हो, तुसी आप कर रहे हो। शैतान चला के थानू कहंदा सोचो इदां, तुसी सोचण लग पैंदे मैं चंगा नहीं हाँ, मैं बुरा हाँ, मैं पापी हाँ। रब उन्होंने प्यार करदा, मैनू नहीं करदा। रब उन्होंने आशीर्वाद दिंदा, मैनू नहीं दिंदा। रब हुण मैनू अगे वांगू प्यार नहीं करूँ, अगे मैं चंगा सी, हुण मैं पाप कर लिया, हुण अगे वांगू प्यार नहीं करूँ। सारियां गल्लां झूठ है। ये सारियां गल्लां रब दे वचनां दे खिलाफ या रब ये चीज़ां नहीं कहंदा। वो तां कहंदा जे मैं माफ कर दिता तां कौन दोष ला सकदा? जज कहंदा बरी आ, तुहाडा केस बरी आ, चैप्टर क्लोज, रूम बंद कर दी फाइल। तो होर कौन हुंदा? ना शैतान, ना तुसी अपने आप नूं दोष ला रहे हैं, अपने आप नूं तुसी समझ के डिप्रैशन दे विच पा रहे हैं। जीसस ने मिसाल दी, वो पुत जड़ा अपनी बाप की जायदाद ले जाके उन सारी जायदाद बर्बाद करती है। तुहानूं पता वो मिसाल जो जीसस ने दी, जे दो पुत सी, एक पुत कहंदा बापू नूं मेरी जो मेरे हिस्से होंदा मैनू दे, बाहर दूर देश चले गया, पैसे बर्बाद, वेशवावां, शराब ते मौज मेलिया ते करते। तो उत्थे काल पै गया, पैसे जेबों मुक गए,
ਨੌਕਰੀ ਕਿਤੇ ਮਿਲੇ ਨਾ ਮਿਲੀ, ਆਖਰ ਨੂੰ ਨੌਕਰੀ ਸੂਰਾਂ ਮੋਰੇ ਚਾਰਾ ਖਾਣਾ ਸਿੱਟਣ ਲਈ। ਇੱਕ ਦਿਨ ਉਹਨੂੰ ਇੰਨੀ ਭੁੱਖ ਲੱਗੀ ਕਿ ਸੂਰਾਂ ਦਾ ਖਾਣਾ ਆਪਣੇ ਮੂੰਹ 'ਚ ਪਾਉਣ ਲੱਗਾ ਸੀ। ਉਹਨੂੰ ਸੋਚ ਆਈ, ਮੈਂ ਕਿੰਨਾ ਬੇਵਕੂਫ ਆਦਮੀ, ਮੇਰੇ ਬਾਪ ਦੇ ਘਰ ਦੇ ਵਿੱਚ ਇੰਨਾ ਖਾਣਾ ਸੀਗਾ ਕਿ ਬਚਿਆ ਰਹਿੰਦਾ ਸੀ, ਸਮਝ ਕੇ ਨੌਕਰ ਵੀ ਰੱਜ ਕੇ ਖਾਂਦੇ ਸੀ, ਤਾਂ ਮੈਂ ਇੱਥੋਂ ਸੂਰ ਦਾ ਖਾਣਾ ਖਾਣ ਨੂੰ ਤਿਆਰ ਰਿਹਾ। ਤਾਂ ਜਦੋਂ ਆਪਣੇ ਬਾਪ ਕੋਲ ਗਿਆ, ਸਾਡੇ ਵਾਂਗੂ ਪਹਿਲੀ ਗੱਲ ਕਿ ਮੈਂ ਬਹੁਤ ਬੁਰਾ ਬੰਦਾ, ਰੱਬ ਮੈਂ ਕਾਬਲ ਨਹੀਂ ਹਾਂ, ਹੁਣ ਤੂੰ ਮੈਨੂੰ ਅੱਗੇ ਵਾਂਗੂ ਪਿਆਰ ਨਹੀਂ ਕਰੂੰਗਾ। ਕੀ ਕਹਿੰਦਾ ਆਪਣੇ ਬਾਪ ਨੂੰ, ਏਦਾਂ ਕਰ, ਤੂੰ ਮੈਨੂੰ ਨੌਕਰ ਬਣਾ ਕੇ ਰੱਖ ਲੈ। ਇਹ ਸਾਡੀ ਸੋਚ ਹੈ। ਸਾਡੀ ਸੋਚ ਕੇ ਰੱਬ ਨੇ ਹੁਣ ਮੈਨੂੰ ਪਿਆਰ ਨਹੀਂ ਕਰਨਾ, ਕਿਉਂਕਿ ਅੱਜ ਮੇਰੇ ਤੋਂ ਗਾਲ ਕੱਢ ਹੋ ਗਈ ਕਿ ਜਿੱਦਾਂ ਕੱਲ ਕਰਦਾ ਸੀ ਪਿਆਰ ਅੱਜ ਨਹੀਂ ਕਰ, ਉਹ ਮੇਰੇ ਤੋਂ ਝੂਠ ਬੋਲ ਹੋ ਗਿਆ। ਅੱਜ ਰੱਬ ਮੈਨੂੰ ਹੁਣ ਇੰਨਾ ਪਿਆਰ ਨਹੀਂ ਕਰੂ ਜਿੱਦਾਂ ਪਰਸੋਂ ਕਰਦਾ ਸੀ। ਇਹ ਗਲਤ ਹੈ। ਜਦੋਂ ਲੜਕਾ ਆਇਆ ਉਹ ਬੋਲਣ ਲੱਗ ਪਿਆ, ਮੈਂ ਬੁਰਾ ਆ, ਮੈਂ ਮੰਦਾ ਆ, ਮੈਂ ਫਲਾਨਾ ਆ, ਮੈਂ ਕਾਬਲ ਨਹੀਂ ਆ, ਏਦਾਂ ਕਰ, ਤੂੰ ਮੈਨੂੰ ਨੌਕਰ ਬਣਾ ਕੇ ਰੱਖ ਲਾ। ਬਾਪ ਉਹਦੀ ਗੱਲ ਵੱਲ ਧਿਆਨ ਵੀ ਨਹੀਂ ਦਿੰਦਾ। ਉਹ ਕੀ ਕਹਿੰਦਾ, ਨਾ ਗੱਲ ਸੁਣਾ, ਐਵੇਂ ਬੋਲੀ ਜਾਂਦਾ। ਇਸ ਲਈ ਪਾਣੀ ਗਰਮ ਕਰੋ, ਨਹਾਓ, ਕੱਪੜੇ ਨਵੇਂ ਪਾਓ, ਮੁੰਦੀ ਪਾਓ, ਪੈਰ 'ਚ। ਉਹਦਾ ਮਤਲਬ ਉਹੀ ਪਿਆਰ ਜਿਹੜਾ ਪਹਿਲਾਂ ਸੀਗਾ, ਬਾਪ ਉਹਨੂੰ ਉਹੀ ਪਿਆਰ ਵਾਪਸ ਦਿੰਦਾ। ਪਰ ਮੁੰਡਾ ਆ ਜਿਹੜਾ ਗਲਤ ਸੋਚਦਾ, ਮੁੰਡਾ ਆ ਜਿਹੜਾ ਕਹਿੰਦਾ ਮੈਨੂੰ ਨੌਕਰ ਬਣਾ ਲਾ, ਪੇ ਉਹਨੂੰ ਪੁੱਤ ਬਣਾ ਕੇ ਉਹਦਾ ਆਦਰ ਕਰ ਰਿਹਾ, ਉਹ ਕਹਿੰਦਾ ਨਹੀਂ ਪੁੱਤ ਨਹੀਂ, ਤੂੰ ਮੈਨੂੰ ਨੌਕਰੀ ਬਣਾ ਲਾ। ਉਸੇ ਤਰ੍ਹਾਂ ਸ਼ੈਤਾਨ ਸਾਡੇ ਨਾਲ ਕਰਦਾ, ਚਲਾਕੀ ਖੇਡਦਾ। ਤੁਸੀਂ ਚੰਗੇ ਨਹੀਂ, ਤੁਸੀਂ ਇਹ ਪਾਪ ਕੀਤਾ, ਰੱਬ ਤੁਹਾਨੂੰ ਨਹੀਂ, ਉਹਨੂੰ ਜ਼ਿਆਦਾ ਪਿਆਰ ਕਰ। ਦੇਖਿਆ ਉਹਨੂੰ ਰੱਬ ਨੇ ਕਿੰਨੀਆਂ ਚੀਜ਼ਾਂ ਦਿੱਤੀਆਂ, ਤੁਹਾਨੂੰ ਕੁਝ ਵੀ ਨਹੀਂ ਦਿੱਤਾ। ਉਹ ਕਾਮਯਾਬ ਹੈ, ਤੁਸੀਂ ਹੈ ਨਹੀਂ। ਇਹ ਸ਼ੈਤਾਨ ਹੈ। ਪ੍ਰਭੂ ਦੇ ਬਚਨ ਕਹਿੰਦੇ ਕਿ ਜੇ ਜੀਸਸ ਨੇ ਤੁਹਾਨੂੰ ਮਾਫ ਕਰ ਦਿੱਤਾ ਤਾਂ ਕੌਣ ਆ ਤੁਹਾਡੇ ਉੱਤੇ ਦੋਸ਼ ਲਾਉਣ ਵਾਲਾ? ਲੋਕੀ ਹਜ਼ਾਰ ਉਂਗਲੀਆਂ ਕਰੀ ਜਾਣ, ਕਿਉਂਕਿ ਆਪਣਾ ਲੇਖਾ ਮੈਂ ਲੋਕਾਂ ਮੋਰੇ ਨਹੀਂ ਦੇਣਾ, ਫਰਿਸ਼ਤਿਆਂ ਮੋਰੇ ਨਹੀਂ ਦੇਣਾ, ਰੱਬ ਮੋਰੇ ਦੇਣਾ। ਪਰ ਜੇ ਰੱਬ ਨੇ ਮੇਰੇ ਨਾਲ ਦੋਸਤੀ ਪਾਈ ਆ, ਮਾਫ ਕੀਤਾ, ਮੇਰਾ ਹੱਥ ਫੜਿਆ ਦੋਸਤੀ 'ਚ, ਤਾਂ ਕੌਣ ਉਹ ਦੋਸਤੀ ਤੋੜ ਸਕਦਾ? ਕੌਣ ਜੋ ਕਿ ਮੈਨੂੰ ਦੋਸ਼ੀ ਠਹਿਰਾ ਸਕਦਾ? ਫੇਰ ਜੜ ਕੇ ਸ਼ੈਤਾਨ ਕਈ ਝੂਠੀਆਂ ਗੱਲਾਂ ਕਹੂੰ। ਇਹ ਸੋਚਿਆ ਮੈਨੂੰ ਵੀ ਆਈਆਂ, ਸਾਨੂੰ ਸਾਰ। ਹੁਣ ਰੱਬ ਨੇ ਤੇਰੇ ਤੇ ਅੱਗੇ ਵਾਂਗੂ ਯਕੀਨ ਨਹੀਂ ਕਰਨਾ ਹੈ। ਦੇਖਿਆ ਤੂੰ ਇੰਨੇ ਬੁਰੇ ਕੰਮ ਕਰਕੇ ਰੱਬ ਦਾ ਯਕੀਨ ਹੀ ਤੋੜਦਾ, ਉਹਦੇ ਤੇ ਹੁਣ ਯਕੀਨ ਨਹੀਂ ਕਰਨਾ ਰੱਬ ਨੇ। ਇਹ ਸ਼ੈਤਾਨ ਦਾ ਝੂਠ ਹੈ, ਤੁਹਾਡਾ ਵੀ ਝੂਠ ਹੈ। ਕਿਉਂਕਿ ਜਦੋਂ ਅਸੀਂ ਰੱਬ ਮੋਰੇ ਮਾਫੀ ਮੰਗਦੇ, ਸਾਡੇ ਸਾਰੇ ਪਾਪ ਮਾਫ ਹੁੰਦੇ। ਉਹ ਪੁੱਤ ਉੱਤੇ ਪੇ ਨੇ ਪੂਰਾ ਯਕੀਨ ਕੀਤਾ, ਚਾਹੇ ਸਾਰਾ ਕੁਝ ਲੁਟਾ ਕੇ ਵੀ ਆ ਗਿਆ, ਉਹੀ ਅੱਗੇ ਵਾਲਾ ਆਦਰ, ਉਹੀ ਅੱਗੇ ਵਾਲਾ ਪਿਆਰ, ਉਹੀ ਅੱਗੇ ਮੰਗੂ ਉਹਦਾ ਇਤਬਾਰ ਕੀਤਾ। ਸਮਾਂ ਕੇ ਬੜਾ ਲੜਕਾ ਗੁੱਸੇ ਹੋ ਗਿਆ, ਉਹਨੇ ਨਾ ਕੁਛ ਕੀਤਾ, ਉਹਨੂੰ ਮਾਫ ਕਰਤਾ। ਉਹਦੇ ਲਈ ਪਾਰਟੀਆਂ ਹੁੰਦੀਆਂ, ਉਹਦੇ ਲਈ ਜਿਹੜਾ ਸਾਰਾ ਕੁਝ ਬਰਬਾਦ ਕਰਕੇ ਆਇਆ। ਅਸੀਂ ਸੋਚਦੇ ਹਾਂ ਇਨਸਾਨੀ ਤੌਰ ਤੇ, ਜਿੱਦਾਂ ਸਾਡੇ ਪੇ ਸਾਨੂੰ ਪਿਆਰ ਕਰਦੇ, ਪਰ ਰੱਬ ਇਨਸਾਨ ਦਾ। ਸਾਨੂੰ ਪਤਾ ਕਿ ਸਾਡੇ ਪੇ ਦੇ ਖਿਲਾਫ ਜੇ ਅਸੀਂ ਬਹੁਤ ਕੁਝ ਕੀਤਾ, ਹੁਣ ਸਾਡਾ ਮੂੰਹ ਨਹੀਂ ਦੇਖਣਾ, ਮੁੜ ਕੇ ਲੱਗਾ ਘਰੋਂ ਨਿਕਲ ਜਾਓ। ਪਰ ਅਸੀਂ ਉਸ ਬਾਪ ਕੋਲ ਨਹੀਂ ਆਏ ਜਿਹੜਾ ਜ਼ਮੀਨੀ ਹੈ, ਅਸੀਂ ਉਸ ਬਾਪ ਕੋਲ ਆਏ ਜਿਹੜਾ ਸਵਰਗੀ ਹੈ, ਜਿਨ ਸਾਨੂੰ ਬਣਾਇਆ। ਉਹ ਸਾਡੇ ਜ਼ਮੀਨੀ ਬਾਪ ਤੋਂ ਵੱਖਰਾ ਹੈ। ਸੋ ਰੱਬ ਅੱਗੇ ਮੰਗੋ ਉਤਵਾਰ ਕਰਦਾ, ਅੱਗੇ ਮੰਗੋ ਤੁਹਾਨੂੰ ਪਿਆਰ ਕਰ। ਜਿਹੜਾ ਮੁੰਡਾ ਮੁੜ ਕੇ ਅਸੀਂ ਅੱਗੇ ਮੰਗੋ ਪਿਆਰ ਕੀਤਾ, ਜੁੱਤੀ ਉਹਦੇ ਪਾਈ, ਕੱਪੜੇ ਬਦਲਾਏ, ਨਹਾਇਆ, ਉਹਨੂੰ ਮੁੰਦੀ ਵੀ ਪਾਈ, ਉਹਦੇ ਲਈ ਪਾਰਟੀ ਵੀ ਕੀਤੀ। ਬਾਪ ਦੇ ਪਿਆਰ 'ਚ ਫਰਕ ਨਹੀਂ ਪਿਆ, ਮੁੰਡੇ ਦੇ ਦਿਲ ਦੇ ਵਿੱਚ ਫਰਕ ਸੀ ਕਿ ਹੋ ਸਕੇ ਬਾਪੂ ਮੈਨੂੰ ਹੁਣ ਅੱਗੇ ਵਾਂਗੂ ਪਿਆਰ ਨਹੀਂ ਕਰੂੰਗਾ, ਕਿਉਂਕਿ ਮੈਂ ਪੈਸਾ ਬਰਬਾਦ ਕਰਦਾ। ਹੁਣ ਬਾਪੂ ਨੇ ਮੇਰੇ ਤੇ ਇਤਬਾਰ ਨਹੀਂ ਕਰਨਾ, ਕਿਉਂਕਿ ਉਹਦਾ ਇਤਬਾਰ ਮੈਂ ਤੋੜ ਦਿੱਤਾ। ਹੁਣ ਬਾਪੂ ਅੱਗੇ ਵਾਂਗੂ ਭਲੀ ਨਜ਼ਰ ਨਾਲ ਮੇਰੇ ਵੱਲ ਨਹੀਂ ਦੇਖੂੰਗਾ, ਕਿਉਂਕਿ ਮੈਂ ਸਾਰਾ ਕੁਝ ਲੁਟਾਤਾ। ਪਰ ਉਹਦੀਆਂ ਸੋਚਾਂ ਸਾਰੀਆਂ ਗਲਤ ਸੀ, ਕਿਉਂਕਿ ਜਿਹੜਾ ਬਾਪ ਆ ਉਹਨੂੰ ਉਹੀ ਪਿਆਰ ਦਿੱਤਾ ਆਪਣੇ ਪੁੱਤ ਨੂੰ, ਉਹੀ ਆਦਰ ਅਤੇ ਉਹੀ ਦੇ ਪਿਆਰ। ਸੋ ਇਸੇ ਤਰ੍ਹਾਂ ਸਵਰਗੀ ਪਿਤਾ ਪਰਮੇਸ਼ਵਰ ਹੈ ਕਿ ਸਾਨੂੰ ਉਹੀ ਪਿਆਰ ਦਿੰਦਾ, ਉਹੀ ਆਦਰ ਦਿੰਦਾ। ਚਾਹੇ ਤੁਸੀਂ ਪਾਪ ਕੀਤਾ, ਮਾਫ ਕਰ ਦਿੱਤਾ, ਉਹਨੇ ਨਹੀਂ ਕਹਿਣਾ ਯਾਰ ਹੁਣ ਨਹੀਂ ਮੈਂ ਤੇਰੇ ਤੇ ਇਤਬਾਰ ਕਰਦਾ, ਤੇਰਾ ਕੀ ਪਤਾ,
ਇਹ ਸਾਡੇ ਬਾਪ ਪਿਤਾ ਕਰਨਗੇ, ਪਰ ਸਵਰਗੀ ਪਿਤਾ ਨਹੀਂ ਤਾਂ ਕਰਦਾ, ਉਹ ਵੱਖਰਾ ਹੈ। ਉਹ ਕਹਿੰਦੇ ਜੇ ਰੱਬ ਨੇ ਤੁਹਾਨੂੰ ਮਾਫ ਕਰਤਾ, ਕੋਈ ਉਂਗਲੀ ਨਹੀਂ ਕਰ ਸਕਦਾ। ਸੋ ਕੀ ਕਹਿੰਦਾ, ਜੀਸਸ ਮਰਿਆ, ਜੀਂਦਾ ਹੋਇਆ, ਸਵਰਗ ਨੂੰ ਗਿਆ। ਉਹ ਸਾਡੇ ਪਾਪਾਂ ਲਈ ਮਰਿਆ, ਸਾਨੂੰ ਰੱਬ ਨਾਲ ਸਹੀ ਬਣਾਉਣ ਦੇ ਲਈ ਉਹ ਮੂਰਤੀਆਂ ਤੋਂ ਜੀਂਦਾ ਹੋਇਆ। ਉਹ ਸਵਰਗ ਵਿੱਚ ਉਠਾਇਆ ਗਿਆ। ਕਾਹਦੇ ਲਈ? ਤਾਂ ਕਿ ਰੱਬ ਦੇ ਸੱਜੇ ਹੱਥ ਤੇ ਬੈਠਾ ਉਹ ਸਾਡੇ ਲਈ ਪਰਮੇਸ਼ਵਰ ਅੱਗੇ ਅਰਜ਼ ਕਰਦਾ, ਸਿਫਾਰਿਸ਼ ਕਰਦਾ। ਜੀਸਸ ਨੇ ਸਾਡੇ ਪਾਪਾਂ ਦੀ ਕੀਮਤ ਤਾਰਤੀ ਅਤੇ ਉਸਨੇ ਕਿਆਮਤ, ਰੈਜ਼ਰੈਕਸ਼ਨ, ਕਿਆਮਤ ਅਤੇ ਨਵੀਂ ਜ਼ਿੰਦਗੀ ਦੀ ਉਸਨੇ ਸਾਨੂੰ ਗਾਰੰਟੀ ਦਿੱਤੀ ਜਦੋਂ ਉਸਨੇ ਪਵਿੱਤਰ ਆਤਮਾ ਸਾਨੂੰ ਦਿੱਤੀ। ਸੋ ਜਦ ਸਾਨੂੰ ਜੀਸਸ ਦੋਸ਼ੀ ਨਹੀਂ ਠਹਿਰਾਉਂਦਾ ਤਾਂ ਹੋਰ ਕਿਸੇ ਦਾ ਹੱਕ ਨਹੀਂ ਬਣਦਾ ਸਾਨੂੰ ਦੋਸ਼ੀ ਠਹਿਰਾਉਣ ਲਈ। ਕਿ ਜਦ ਜੱਜ ਨੇ ਬਰੀ ਕਰ ਦਿੱਤਾ ਤਾਂ ਹੋਰ ਕਿਸੇ ਦਾ ਹੱਕ ਨਹੀਂ ਕਿ ਤੁਹਾਨੂੰ ਦੋਸ਼ੀ ਠਹਿਰਾਵੇ। ਜਦ ਉਹਨੂੰ ਮਾਫ ਕਰਤਾ, ਤੁਹਾਡੀ ਪਾਪਾਂ ਦੀ ਸਲੇਟ ਸਾਫ਼ ਕਰ ਦਿੱਤੀ, ਤਾਂ ਕਿਸੇ ਦਾ ਹੱਕ ਨਹੀਂ ਆ। ਹੁਣ ਤੁਸੀਂ ਉਹਦੇ ਦੋਸਤ ਆ, ਕਿਉਂਕਿ ਪਰਦਾ ਪਾਟਿਆ ਗਿਆ, ਕੰਧਾਂ ਢਾਈਆਂ ਗਈਆਂ। ਅਸੀਂ ਜਿਹੜੇ ਦੂਰ ਸੀ ਪਰਮੇਸ਼ਵਰ ਦੇ ਲਾਗੇ ਲਿਆਂਦੇ ਗਏ। ਗਾਹਾਂ ਸਾਡਾ ਸੰਤ ਕੀ ਕਹਿੰਦਾ, 36ਵੀਂ ਐਤ ਅਤੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਕੌਣ ਕਰਦਾ? ਜੀਸਸ। ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੂਗਾ? ਹੁਣ ਕਿਹੜੀਆਂ ਚੀਜ਼ਾਂ ਰੱਬ ਤੋਂ ਪਿਆਰ ਤੋਂ ਅੱਡ ਕਰ ਸਕਦੀ ਹੈ ਕਿ ਰੱਬ ਸਾਨੂੰ ਇੰਨਾ ਪਿਆਰ ਕਰਦਾ, ਕਹਿੰਦਾ ਕੋਈ ਚੀਜ਼ ਸਾਨੂੰ ਉਹ ਤੋਂ ਜੁਦਾ ਨਹੀਂ ਕਰ ਸਕਦੀ ਜੇ ਤੁਸੀਂ ਉਹਦੇ ਆ। ਕੋਈ ਤੁਹਾਨੂੰ ਰੱਬ ਤੋਂ ਦੂਰ ਨਹੀਂ ਕਰ ਸਕਦਾ ਜੇ ਤੁਸੀਂ ਉਹਦੇ ਆ। ਸੰਤ ਕੀ ਕਹਿੰਦਾ ਫਿਰ ਤੂੰ, ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਜਾਂ ਕਸ਼ਟ ਜਾਂ ਅਨੇਰ ਜਾਂ ਕਾਲ ਜਾਂ ਨੰਗ ਜਾਂ ਭੋਜਨ ਮਤਲਬ ਖਤਰਾ ਜਾਂ ਤਲਵਾਰ? ਕਿਹੜੀਆਂ ਚੀਜ਼ਾਂ? ਜੇ ਅਸੀਂ ਜੀਸਸ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਨੂੰ ਪਿਆਰ ਕਰਦਾ, ਕੌਣ ਤੋੜ ਸਕਦਾ ਉਸ ਪਿਆਰ ਨੂੰ? ਕਿਆ ਤਕਲੀਫਾਂ, ਕਿਆ ਦੁੱਖ, ਕਿਆ ਖਤਰੇ, ਕਿਆ ਲੜਾਈਆਂ, ਕਿਆ ਤਲਵਾਰਾਂ? ਕੋਈ ਚੀਜ਼ ਸਾਨੂੰ ਰੱਬ ਤੋਂ ਜੁਦਾ ਨਹੀਂ ਕਰ ਸਕਦੀ। ਕਈ ਵਾਰੀ ਕਈ ਲੋਕ ਕਹਿੰਦੇ ਉਹ ਜੀ ਉਹਨੇ ਮੈਨੂੰ ਨਰਕ ਭੇਜਤਾ, ਗਲਤ ਰਾਹ ਲਾਤਾ। ਕੋਈ ਕਿਸੇ ਨੂੰ ਗਲਤ ਨਹੀਂ ਰਾਹ ਲਾਉਂਦਾ ਜਦ ਤੱਕ ਤੁਸੀਂ ਗਲਤ ਰਾਹ ਨਾ ਲੱਗਣਾ ਚਾਹੋ। ਇਹ ਨਹੀਂ ਤੁਸੀਂ ਕਿਸੇ ਨੂੰ ਕਹਿ ਸਕਦੇ ਕਿ ਉਹ ਬੰਦਾ ਮੈਨੂੰ ਨਰਕ ਨੂੰ ਲੈ ਕੇ ਗਿਆ, ਉਹ ਮੈਨੂੰ ਨਰਕ ਨੂੰ ਲੈ ਕੇ ਚੱਲਿਆ। ਤੁਸੀਂ ਨਰਕ ਨੂੰ ਜਾ ਰਹੇ ਕਿਉਂਕਿ ਤੁਸੀਂ ਚੁਣਿਆ ਨਰਕ ਜਾਣ ਲਈ। ਕਿਉਂਕਿ ਜੇ ਤੁਸੀਂ ਜੀਸਸ ਨੂੰ ਪਿਆਰ ਕਰਦੇ, ਬਾਈਬਲ ਕਹਿੰਦੀ ਕੋਈ ਚੀਜ਼ ਚਾਹੇ ਦੁੱਖ ਵੀ ਆ ਜਾਣ ਤੁਹਾਨੂੰ ਜੀਸਸ ਤੋਂ ਜੁਦਾ ਨਹੀਂ ਕਰ ਸਕਦੀ। ਤਕਲੀਫਾਂ ਆ ਜਾਣ, ਭਾਜੜਾ, ਖਤਰੇ ਆਵੇ, ਚਾਹੇ ਤੁਸੀਂ ਵੱਡੇ ਵੀ ਜਾਓ, ਤਾਂ ਵੀ ਤੁਸੀਂ ਉਹਦੇ ਪਿਆਰ ਤੋਂ ਅੱਡ ਨਹੀਂ ਹੋ ਸਕਦੇ। ਜਿਹੜਾ ਰੱਬ ਨੂੰ ਸੱਚਾ ਪਿਆਰ ਕਰਦਾ, ਕੋਈ ਚੀਜ਼ ਉਹਨੂੰ ਰੱਬ ਤੋਂ ਦੂਰ ਨਹੀਂ ਕਰ ਸਕਦੀ। ਰੱਬ ਤੋਂ ਦੂਰ ਉਹ ਹੁੰਦੇ ਆ ਜਿਨ੍ਹਾਂ ਦਾ ਪਿਆਰ ਉਹਨਾਂ ਪੱਕਾ ਨਹੀਂ ਹੈ, ਕੱਚਾ ਪਿਆਰ। ਸੰਤ ਕੀ ਕਹਿੰਦਾ, ਜਿਵੇਂ ਲਿਖਿਆ ਹੋਇਆ ਆ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ। ਸੋ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਸ ਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਣੇ। ਸਮਝ ਕੇ ਜੀਸਸ ਰਾਹੀਂ ਅਸੀਂ ਸਾਰੀਆਂ ਚੀਜ਼ਾਂ ਨੂੰ ਜਿੱਤ ਸਕਦੇ, ਕਿਉਂਕਿ ਸਾਡਾ ਪਿਆਰ ਜੀਸਸ ਹੈ। ਅਸੀਂ ਜਿੱਤ ਸਕਦੇ ਹਾਂ ਜੋ ਵੀ ਚੀਜ਼ ਜ਼ਿੰਦਗੀ ਚ ਆਉਂਦੀ, ਅਸੀਂ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਨਾ ਸਾਨੂੰ ਤਲਵਾਰ ਹਰਾ ਸਕਦੀ, ਨਾ ਮੌਤ, ਨਾ ਦੁੱਖ, ਕਿਉਂਕਿ ਜਿਹੜਾ ਸਾਡਾ ਪਿਆਰ ਹੈ ਪੱਕਾ ਹੈ। ਅਸੀਂ ਹਰੇਕ ਚੀਜ਼ਾਂ ਜਿੱਤ ਪ੍ਰਾਪਤ ਕਰਾਂਗੇ ਜੀਸਸ ਦੁਆਰਾ। ਅਸੀਂ ਸਗੋਂ ਇਹਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਹੱਦੋਂ ਵੱਧ ਫਤਿਹ ਪਾਉਂਦੇ ਆ। ਕਿਉਂ? ਮੈਨੂੰ ਵਿਸ਼ਵਾਸ ਹੈ ਨਾ ਮੌਤ, ਨਾ ਬੰਧਨ, ਨਾ ਜੀਵਨ, ਨਾ ਦੂਤ। ਉਹਦਾ ਮਤਲਬ ਕੋਈ ਫਰਿਸ਼ਤੇ ਕੋਲ ਵੀ ਤਾਕਤ ਨਹੀਂ, ਨਾ ਦੂਤ, ਨਾ ਹੁਕੂਮਤਾਂ, ਨਾ ਵਰਤਮਾਨ ਚੀਜ਼ਾਂ, ਨਾ ਕਹਾਂ ਹੋਣ ਵਾਲੀਆਂ ਚੀਜ਼ਾਂ, ਨਾ ਸ਼ਕਤੀਆਂ, ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕਦਾ। ਕੋਈ ਚੀਜ਼ ਸਾਨੂੰ ਰੱਬ ਤੋਂ ਜੁਦਾ ਨਹੀਂ ਕਰ ਸਕਦੀ। ਕੋਈ ਸਾਨੂੰ ਰੱਬ ਦੇ ਪਿਆਰ ਤੋਂ
जुदा नहीं कर सकता, ना तलवारां ना किरपानां, चाहे सानू मरना भी पै जाए असी फिर भी ਉਹਦੇ प्यार च कि चाहे शरीर मर जाता पर आत्मा ਉਹਦੇ ਨਾਲ आ। ਤਾਂ ਹੀ ਸਾਡਾ ਸੰਤ ਕਹਾਂ ਕਹਿੰਦਾ अगर मैं जीना ਤਾਂ ਵੀ जीसस ਲਈ, अगर मैं मरा ਤਾਂ ਵੀ जीसस ਲਈ। ਉਹ ਕਹਿੰਦਾ ਮੈਨੂੰ ਕੋਈ फर्क नहीं पैंदा, चाहे मैं जींदा हाँ चाहे मैं मरिया हाँ, चाहे मैं मर जावां, मैं ਉਹਦਾ हाँ। ਅਤੇ ਉਹਦੇ ਬਚਨ ਕਹਿੰਦੇ कोई चीज जे ਅਸੀਂ ਉਹਨੂੰ प्यार करते ਸਾਨੂੰ परमेश्वर ਤੋਂ ਅੱਡ नहीं कर सकती, मौत भी नहीं, कि मरण तो बाद भी तुसी ਉਹਦੇ ਨਾਲ है। जीसस ने कहा जो भी प्राणी मेरे ते विश्वास करता, वो कहता चाहे वो मर भी जाए, की कहता चाहे वो मर भी जाए तां भी वो जीऊंगा, क्योंकि उसकी आत्मा मेरे नाल है। इजराइल दे परमेश्वर परमात्मा सबना नूं परमात्मा शुक्रिया कि तुसी सानू दोषी नहीं ठहरांदे, तुसी साडे पापां नूं माफ कीता। साडे मापे भैण भरा चाहे उंगलियां करन, दोषी ठहरान, पर प्रभु परमात्मा असीं तुहाडे मूहरे दोषी नहीं, क्योंकि जीसस विच तुसी सानू माफ कर दिता, तुसी सानू हर एक सजा तो बरी कर दिता। इस करके हुण साडे ते कोई दोष नहीं, क्योंकि असीं जीसस नूं मन्निया जिन साडे पाप अपने शरीर उत्ते उठाए, साडे पापां दी कीमत दित्ती। ओ जिहड़े दूर ओ जिहड़े नेड़े, परमेश्वर सारिआं नूं बुलांदा। समां लंघ रिहा, आउण दा वक्त नेड़े आ रिहा। रब चाहता जल्दी जल्दी सारे बचाए जाण। हजे नोआं दी बेड़ी दा दरवाजा खुला, पर एक दिन वो बंद हो। सो जिन्ना चिर खुला उन्ना चिर जो भी आना चाहता वो आवे। परमेश्वर सबना नूं बुलांदा। जीसस आशीर्वाद सारियां दे अपना हाथ। परमेश्वर जिस तरह असीं प्रार्थना करते सारियां नूं बरकत दे। साडे पिता जो स्वर्ग विच है, थोड़ा नाम पवित्र मनिया जाए, थोड़ा राज आवे, थोड़े हुक्मां ते चलिया जावे, जमीन ते जिस तरह स्वर्ग विच है। परमेश्वर सानू अज दा खाना दे, साडे पापां नूं माफ करो, असीं सारियां नूं माफ कर दे जिन्हीं साडे खिलाफ पाप कीते। सानू परीक्षा विच पैण तो बचाओ, बुराइयां तो बचाओ। थोड़ा है राज, महिमा ते शक्ति साडे प्रभु जीसस द्वारा। पिता यहोवा, उन्हां दा बेटा जीसस, पवित्र आत्मा की शक्ति, शांति, आशीर्वाद आवे जीसस नाम द्वारा। आमीन।